श्लोक पतित पुनीत गोविंद है, सर्व दोख निवारण है, शरण सूर भगवान है, जपंत नानक हर हर हरे। ਪਤਿਤ ਪੁਨੀਤ ਦਾ ਮਤਲਬ ਜੋ ਵਿਕਾਰਾਂ ਵਿੱਚ ਡਿੱਗੇ ਹੋਏ ਇਨਸਾਨਾਂ ਨੂੰ ਮਹਾਨ ਇਨਸਾਨ ਬਣਾਉਣ ਵਾਲਾ ਹੈ। ਪਤਿਤ ਪੁਨੀਤ ਦਾ ਮਤਲਬ ਨੀਵਿਆਂ ਨੂੰ ਉੱਚੇ ਕਰਨ ਵਾਲਾ। ਗੋਬਿੰਦ ਦਾ ਮਤਲਬ ਸੰਸਾਰ ਨੂੰ ਪੈਦਾ ਕਰਨ ਵਾਲਾ। ਸਰਬ ਦੁੱਖ ਨਿਵਾਰਨ ਦਾ ਮਤਲਬ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ। ਗੋਬਿੰਦ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਔਰ ਪਾਪੀਆਂ ਦੇ ਸਾਰੇ ਐਬ ਦੂਰ ਕਰਨ ਵਾਲਾ ਹੈ। ਗੋਬਿੰਦ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਔਰ ਪਾਪੀਆਂ ਦੇ ਸਾਰੇ ਐਬ ਦੂਰ ਕਰਨ ਵਾਲਾ ਹੈ। ਤਾਂ ਇਥੋਂ ਸਾਨੂੰ ਜੀਵਨ ਵਾਸਤੇ ਕੀ ਸੇਧ ਮਿਲ ਰਹੀ ਹੈ ਕਿ ਜੇ ਕਿਤੇ ਸਾਡੀ ਜ਼ਿੰਦਗੀ ਵਿੱਚ ਕੋਈ ਪਾਪ ਹੈ, ਕੋਈ ਵਿਕਾਰ ਹੈ ਜਾਂ ਕੋਈ ਅਪਰਾਧ ਹੈ ਜਾਂ ਕਿਤੇ ਕੁਝ ਗਲਤੀਆਂ ਭੁੱਲਾਂ ਜਾਣੇ ਅਣਜਾਣੇ ਵਿੱਚ ਅਸੀਂ ਕਰ ਰਹੇ ਹਾਂ ਔਰ ਜੇ ਅਸੀਂ ਇਹਨਾਂ ਪਾਪਾਂ ਵਿਕਾਰਾਂ ਤੋਂ ਬਾਹਰ ਆਣਾ ਚਾਹੁੰਦੇ ਹਾਂ ਤਾਂ ਉਹਦੀ ਸੰਭਾਵਨਾ ਸਾਡੇ ਹਰ ਇਨਸਾਨ ਦੇ ਅੰਦਰ ਮੌਜੂਦ ਹੈ ਔਰ ਪਤਿਤਾਂ ਨੂੰ ਪਾਵਨ ਕਰਨ ਵਾਲਾ ਪ੍ਰਭੂ ਹਰ ਇਨਸਾਨ ਦੇ ਅੰਦਰ ਬੈਠਾ ਹੋਇਆ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਇਸ ਸੰਸਾਰ ਨੂੰ, ਸਮਾਜ ਨੂੰ ਪਾਪਾਂ ਤੋਂ ਮੁਕਤ ਵੇਖਣਾ ਚਾਹੁੰਦੇ ਨੇ ਤੇ ਨਾਲ ਸਾਧਨ ਦੱਸ ਰਹੇ ਨੇ ਕਿ ਪਿਆਰਿਓ, ਜੇ ਪਾਪਾਂ ਵਿਕਾਰਾਂ ਅਪਰਾਧਾਂ ਤੋਂ ਮੁਕਤ ਹੋਣਾ ਹੈ ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਗੋਬਿੰਦ ਦੇ ਨਾਲ ਜੁੜਨਾ, ਰੱਬੀ ਗੁਣਾਂ ਨੂੰ ਗਾਇਨ ਕਰਨਾ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਜੋ ਵੀ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਵੇਗਾ, ਭਾਵ ਰੱਬੀ ਰਜ਼ਾ ਵਿੱਚ ਤੁਰੇਗਾ, ਰੱਬੀ ਗੁਣ ਗਾਏਗਾ, ਉਹ ਪਤਿਤ ਤੋਂ ਪਾਵਨ ਹੋ ਜਾਏਗਾ। ਸ਼ਰਨ ਸੂਰ ਭਗਵਾਨ ਹੈ। ਸ਼ਰਨ ਸੂਰ ਦਾ ਮੀਨਿੰਗ ਹੈ ਸ਼ਰਨ ਦਾ ਸੂਰਮਾ, ਯਾਨੀ ਸ਼ਰਨ ਆਏ ਨੂੰ ਬਚਾਉਣ ਦੇ ਜੋ ਸਮਰੱਥ ਹੈ। ਹੁਣ ਕਈ ਵਾਰ ਜੇ ਕੋਈ ਬੰਦਾ ਸ਼ਰਨ ਐਸੇ ਬੰਦੇ ਦੀ ਲੈ ਕਿ ਜੋ ਆਪ ਹੀ ਕਮਜ਼ੋਰ ਹੈ ਤੇ ਉਹਨੂੰ ਕਹੇ ਕਿ ਮੇਰੀ ਰੱਖਿਆ ਕਰ, ਤਾਂ ਐਸਾ ਬੰਦਾ ਜਿਹੜਾ ਹੈ ਬਚਾ ਨਹੀਂ ਪਾਏਗਾ, ਕਿਉਂਕਿ ਆਪ ਹੀ ਕਮਜ਼ੋਰ ਹੈ, ਉਹਦੇ ਆਪਣੇ ਅੰਦਰ ਹੀ ਤਾਕਤ ਨਹੀਂ ਹੈ। ਜੰਗਲ ਅੰਦਰ ਜਾ ਕੇ ਜੇ ਕੋਈ ਗਿੱਦੜ ਦੀ ਪਨਾਹ ਲੈ, ਗਿੱਦੜ ਦੀ ਸ਼ਰਨ ਲੈ, ਗਿੱਦੜ ਦੀ ਰਾਖੀ ਵਿੱਚ ਚਲਾ ਜਾਏ ਕਿ ਮੈਨੂੰ ਜੰਗਲ ਤੋਂ ਜਾਨਵਰਾਂ ਤੋਂ ਬਚਾ, ਤਾਂ ਗਿੱਦੜ ਬਚਾ ਨਹੀਂ ਪਾਏਗਾ। ਪਰ ਜੇ ਜੰਗਲ ਦੇ ਅੰਦਰ ਕਿਸੇ ਦਾ ਰਾਖਾ ਸ਼ੇਰ ਹੋਵੇ, ਕੋਈ ਸ਼ੇਰ ਦੀ ਸ਼ਰਨ ਵਿੱਚ ਹੋਵੇ, ਤਾਂ ਸ਼ੇਰ ਉਹਦੀ ਰਾਖੀ ਕਰਨ ਦੇ ਸਮਰੱਥ ਹੈ। ਸ਼ੇਰ ਉਹਨੂੰ ਆਮ ਜਾਨਵਰਾਂ ਤੋਂ ਬਚਾ ਸਕਦਾ ਹੈ। ਤਾਂ ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਜਿੰਨੇ ਵੀ ਆ ਕਰਮ ਕਾਂਡ ਨੇ, ਚਾਹੇ ਉਹ ਤੀਰਥ ਯਾਤਰਾਵਾਂ ਨੇ ਜਾਂ ਜਪ ਤਪ ਸੰਜਮ ਨੇ ਜਾਂ ਹੋਰ ਪੀਰ ਫਕੀਰ ਮੜੀਆਂ ਕਬਰ ਨੇ, ਇਹ ਬਚਾਉਣ ਦੇ ਸਮਰੱਥ ਨਹੀਂ ਹਨ। ਜੋ ਪ੍ਰਭੂ ਹੈ ਉਹ ਸ਼ਰਨ ਆਏ ਦੀ ਰਾਖੀ ਕਰਨ ਦੇ ਸਮਰੱਥ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਪੰਤ ਨਾਨਕ ਹਰ ਹਰ ਹਰੇ। ਜਪੰਤ ਦਾ ਮਤਲਬ ਜੋ ਜਪਦੇ ਨੇ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਤਾਂ ਜੋ ਮਨੁੱਖ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਨੇ, ਪ੍ਰਭੂ ਉਹਨਾਂ ਦੀ ਲਾਜ ਰੱਖਣ ਦੇ ਸਮਰੱਥ ਹੈ। ਪ੍ਰਭੂ ਉਹਨਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਕਿਵੇਂ ਸਮਰੱਥ ਹੈ ਔਰ ਕਿਵੇਂ ਅਸੀਂ ਇਹਦਾ ਲਾਭ ਲੈ ਸਕਦੇ ਹਾਂ? ਹੁਣ ਜਿਵੇਂ ਸੱਚ ਹੈ ਨਾ, ਤੇ ਸੱਚ ਬੰਦੇ ਨੂੰ ਝੂਠ ਤੋਂ ਬਚਾਉਣ ਦੇ ਸਮਰੱਥ ਹੈ। ਸੱਚ ਦੀ ਸ਼ਰਨ ਵਿੱਚ ਆ ਜਾਓ, ਸੱਚ ਬੋਲਣਾ ਸ਼ੁਰੂ ਕਰ ਦਿਓ, ਸੱਚ ਤੁਹਾਨੂੰ ਝੂਠ ਤੋਂ ਬਚਾ ਲਵੇਗਾ। ਸੰਤੋਖ ਦੀ ਸ਼ਰਨ ਵਿੱਚ ਆ ਜਾਓ, ਸੰਤੋਖ ਦੇ ਨਾਲ ਜੁੜ ਜਾਓ, ਸੰਤੋਖ ਦੇ ਧਾਰਨੀ ਹੋ ਜਾਓ, ਤਾਂ ਸੰਤੋਖ ਜਿਹੜਾ ਹੈ ਲੱਭ ਲੋਭ ਔਰ ਤ੍ਰਿਸ਼ਨਾ ਤੋਂ ਬਚਾਉਣ ਦੇ ਸਮਰੱਥ ਹੈ। ਦਇਆ ਕਰਨੀ ਆਰੰਭ ਕਰ ਦਿਓ ਤਾਂ ਦਇਆ ਤੁਹਾਨੂੰ ਕਠੋਰਤਾ ਤੋਂ ਬਚਾਉਣ ਦੇ ਸਮਰੱਥ ਹੈ। ਰੱਬ ਪ੍ਰੇਮ ਸਰੂਪ ਹੈ, ਤਾਂ ਜੇ ਪ੍ਰੇਮ ਦੀ ਸ਼ਰਨ ਵਿੱਚ ਆ ਜਾਓ, ਪ੍ਰੇਮ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਓ, ਤਾਂ ਪ੍ਰੇਮ ਦਾ ਜੋ ਗੁਣ ਹੈ ਉਹ ਤੁਹਾਨੂੰ ਨਫ਼ਰਤ ਤੋਂ ਬਚਾਉਣ ਦੇ ਸਮਰੱਥ ਹੈ। ਇਸ ਲਈ ਜੋ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਪ੍ਰਭੂ ਉਹਨਾਂ ਨੂੰ ਵਿਕਾਰਾਂ ਤੋਂ ਬਚਾਉਣ ਦੇ ਸਮਰੱਥ ਹੈ ਔਰ ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਜੋ ਵੀ ਇਨਸਾਨ ਪਤਿਤ ਤੋਂ ਪੁਨੀਤ ਹੋਣਾ ਚਾਹੁੰਦਾ ਹੈ,
ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਆਪਣੇ ਅੰਦਰ ਡਿਵੈਲਪ ਕਰਨਾ ਚਾਹੁੰਦਾ ਹੈ, ਨੈਗੇਟਿਵ ਤੋਂ ਪੋਜ਼ਿਟਿਵ ਹੋਣਾ ਚਾਹੁੰਦਾ ਹੈ, ਨਾਕਾਮਯਾਬ ਤੋਂ ਕਾਮਯਾਬ ਹੋਣਾ ਚਾਹੁੰਦਾ ਹੈ, ਅਸਫਲਤਾ ਦੇ ਰਾਹ ਤੋਂ ਸਫਲਤਾ ਦੇ ਰਾਹ ਵੱਲ ਵਧਣਾ ਚਾਹੁੰਦਾ ਹੈ, ਤਾਂ ਉਸ ਦੇ ਵਾਸਤੇ ਇੱਕੋ ਹੀ ਸਾਧਨ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਛੱਡਿਓ ਹਬ ਆਪ ਲਗੜੋ ਚਰਣਾ ਪਾਸ। ਛੱਡਿਓ ਦਾ ਮਤਲਬ ਜਿਸ ਨੇ ਛੱਡ ਦਿੱਤਾ, ਹਬ ਆਪ ਦਾ ਮਤਲਬ ਆਪਾ ਭਾਵ, ਆਪਣਾ ਸਾਰਾ ਆਪਾ ਭਾਵ, ਅਹੰਕਾਰ, ਸਾਰਾ ਅਹੰਕਾਰ, ਈਗੋ ਪੂਰਨ ਤੌਰ ਤੇ ਜਿਸ ਨੇ ਖਤਮ ਕਰ ਦਿੱਤੀ। ਲਗੜੋ ਦਾ ਮਤਲਬ ਜੋ ਲੱਗਾ ਹੈ, ਚਰਣਾ ਪਾਸ ਦਾ ਮਤਲਬ ਪ੍ਰਭੂ ਦੇ ਚਰਨਾਂ ਨਾਲ, ਰੱਬੀ ਗੁਣਾਂ ਦੇ ਨਾਲ। ਜਿਸ ਮਨੁੱਖ ਨੇ ਆਪਣੇ ਅੰਦਰੋਂ ਆਪਾ ਭਾਵ ਮਿਟਾ ਦਿੱਤਾ, ਆਪਣਾ ਆਪਾ ਛੱਡ ਦਿੱਤਾ, ਔਰ ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜ ਗਿਆ, ਯਾਨੀ ਰੱਬੀ ਰਜ਼ਾ ਵਿੱਚ ਜਿਸ ਨੇ ਤੁਰਨਾ ਆਰੰਭ ਕੀਤਾ, ਜੋ ਰੱਬੀ ਗੁਣਾਂ ਦੇ ਨਾਲ ਜੁੜ ਗਿਆ। ਨੱਠੜੋ ਦੁੱਖ ਤਾਪ ਨਾਨਕ ਪ੍ਰਭ ਪੇਖੰਦਿਆਂ। ਪੇਖੰਦਿਆਂ ਦਾ ਮਤਲਬ ਵੇਖਦਿਆਂ ਹੀ, ਦਰਸ਼ਨ ਕਰਦਿਆਂ ਹੀ। ਨੱਠੜੋ ਦਾ ਮਤਲਬ ਨਸ ਗਏ। हे ਨਾਨਕ, ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਤੇ ਸਾਰੇ ਦੁੱਖ ਕਲੇਸ਼ ਨਸ ਜਾਂਦੇ ਹਨ। ਉਹਦੇ ਸਾਰੇ ਦੁੱਖ ਕਲੇਸ਼ ਨਸ ਜਾਂਦੇ ਨੇ ਕਿਦੇ? ਜੋ ਰੱਬ ਦੇ ਦਰਸ਼ਨ ਕਰਦਾ ਹੈ। ਤਾਂ ਫਿਰ ਇਸ ਚੀਜ਼ ਨੂੰ ਥੋੜਾ ਸਮਝ ਲਈਏ। ਜਿਸ ਨੇ ਆਪਣਾ ਆਪਾ ਗਵਾ ਦਿੱਤਾ, ਆਪਣਾ ਹੰਕਾਰ ਛੱਡਿਆ, ਆਪਣੀ ਮੱਤ ਛੱਡੀ, ਜੋ ਰੱਬੀ ਰਜ਼ਾ ਦੇ ਅੰਦਰ ਤੁਰਨ ਲੱਗਿਆ, ਰੱਬੀ ਗੁਣਾਂ ਦਾ ਜੋ ਧਾਰਨੀ ਹੋਇਆ, ਉਹਨੇ ਫਿਰ ਇਸ ਦੁਨੀਆ ਦੇ ਅੰਦਰ ਪ੍ਰਭੂ ਦੇ ਦੀਦਾਰ ਕੀਤੇ, ਰੱਬ ਦੇ ਨਾਲ ਉਹ ਜੁੜਿਆ, ਸਾਰੇ ਸੰਸਾਰ ਵਿੱਚ ਉਸ ਨੂੰ ਵਸਦਾ ਨਿਰੰਕਾਰ ਨਜ਼ਰੀ ਪਿਆ, ਤਾਂ ਉਸ ਮਨੁੱਖ ਦੇ ਸਾਰੇ ਦੁੱਖ ਔਰ ਤਾਪ ਕਲੇਸ਼ ਆਦਿਕ ਲੈ ਗਏ। ਤਾਂ ਇਹਦਾ ਮਤਲਬ ਇਹ ਹੈ ਕਿ ਜੇ ਅਸੀਂ ਵੀ ਜਾਂ ਹੋਰ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰੋਂ ਦੁੱਖ ਤਾਪ ਕਲੇਸ਼ ਦੂਰ ਕਰਨੇ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਇੱਕੋ ਹੀ ਨਿਯਮ ਹੈ, ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਜੋ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਉਹਦੇ ਦੁੱਖ ਤਾਪ ਆਦਿਕ ਨਸ ਜਾਂਦੇ ਨੇ, ਕਿਉਂਕਿ ਸਾਡੇ ਜੀਵਨ ਦੇ ਅੰਦਰ ਜਿੰਨੇ ਵੀ ਦੁੱਖ ਨੇ ਪਾਪਾਂ, ਵਿਕਾਰਾਂ ਔਰ ਅਪਰਾਧਾਂ ਕਰਕੇ ਨੇ। ਪੌੜੀ। ਮੇਲ ਲਹਿਓ ਦਇਆਲ ਤਹਿ ਪਏ ਦੁਆਰਿਆ। ਦਇਆਲ ਦੋ ਸ਼ਬਦਾਂ ਤੋਂ ਬਣਿਆ ਹੈ, ਦਇਆ ਪਲਸ ਆਲਯ। ਆਲਯ ਦਾ ਮਤਲਬ ਘਰ, ਦਇਆਲ ਦਾ ਮਤਲਬ ਦਇਆ ਦਾ ਘਰ। ਤਹਿ ਪੈ ਦਾ ਮਤਲਬ ਆ ਡਿੱਗਾ ਹਾਂ ਜਾਂ ਆ ਡਿੱਗੇ ਹਾਂ। ਹੇ ਦਇਆ ਦੇ ਸਾਗਰ ਪ੍ਰਭੂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਭਾਵ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ, ਮੈਨੂੰ ਆਪਣੀ ਸ਼ਰਨ ਦੇ ਅੰਦਰ ਰੱਖ। ਤਾਂ ਇਥੋਂ ਸਾਡੇ ਵਾਸਤੇ ਇੱਕ ਨਿਯਮ ਹੈ, ਸਾਨੂੰ ਅਸੂਲ ਮਿਲ ਰਿਹਾ ਹੈ ਜ਼ਿੰਦਗੀ ਦਾ, ਕਿ ਜੇ ਅਸੀਂ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ ਚਾਹੀਦਾ ਹੈ। ਸਾਨੂੰ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਆਪਣੇ ਜੀਵਨ ਦੇ ਅੰਦਰ ਇਹ ਤਾਂਘ ਪੈਦਾ ਕਰਨੀ ਚਾਹੀਦੀ ਹੈ ਕਿ ਮੈਂ ਰੱਬੀ ਰਜ਼ਾ ਦੇ ਅੰਦਰ ਤੁਰਾਂ। ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਇਸ ਸ਼ਬਦ ਨੂੰ ਭਰਮਤ ਨਹੀਂ ਪੜਨਾ, ਅੱਧਾ ਰਾਰਾ ਹੈ, ਅੱਧਾ ਹੀ ਉਚਾਰਨ ਕਰਨਾ ਹੈ, ਭ੍ਰਮਤ। ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਦੀਨ ਦਇਆਲ ਦਾ ਮਤਲਬ ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ, ਦੀਨਾਂ ਤੇ ਦਇਆ ਕਰਨ ਵਾਲਾ, ਜੋ ਦੀਨਾਂ ਨੂੰ ਮਹਾਨ ਬਣਾਉਣ ਵਾਲਾ ਹੈ। ਤਾਂ ਦੀਨ ਦਾ ਮਤਲਬ ਗਰੀਬ, ਤੇ ਗਰੀਬ ਦਾ ਮਤਲਬ ਪੈਸੇ ਕਰਕੇ ਗਰੀਬ ਨਹੀਂ। ਇੱਥੇ ਪੈਸੇ ਦੀ ਅਮੀਰੀ ਗਰੀਬੀ ਦੀ ਗੱਲ ਨਹੀਂ ਹੋ ਰਹੀ ਹੈ। ਅਸਲ ਦੇ ਅੰਦਰ ਦੀਨ ਕੌਣ ਹੈ, ਗੁਰਬਾਣੀ ਚੋਂ ਹੀ ਸਾਨੂੰ ਸਮਝਣਾ ਪਵੇਗਾ। ਗੁਰੂ ਸਾਹਿਬ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਅਸਲ ਦੇ ਅੰਦਰ ਗਰੀਬ ਉਹ ਹੈ ਜਿਸ ਤੇ ਹਿਰਦੇ ਦੇ ਅੰਦਰ ਰੱਬੀ ਗੁਣ ਨਹੀਂ ਹਨ, ਜੋ ਰੱਬੀ ਸੋਚ ਮੁਤਾਬਕ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜਿਹਦੇ ਅੰਦਰ ਪਾਪ ਔਰ ਵਿਕਾਰ ਅਪਰਾਧ ਨੇ। ਅਸਲ ਦੇ ਅੰਦਰ ਉਹ ਬੰਦਾ ਦੀਨ ਔਰ ਗਰੀਬ ਹੈ। ਤੇ ਜਿਸ ਮਨੁੱਖ ਦੇ ਅੰਦਰ ਸ਼ੁਭ ਗੁਣ ਨੇ, ਅਸਲੀ ਅਮੀਰ ਔਰ ਅਸਲੀ ਇੱਜ਼ਤ ਵਾਲਾ ਬੰਦਾ ਉਹ ਹੈ
ਜਿਹਦੇ ਹਿਰਦੇ ਦੇ ਅੰਦਰ ਭਗਵੰਤ ਹੈ, ਉਹੀ ਧਨਵੰਤ ਹੈ, ਉਹੀ ਕੁਲਵੰਤ ਹੈ, ਉਹੀ ਪਤਵੰਤ ਹੈ। ਤਾਂ ਦੀਨ ਦਿਆਲ ਹੀ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ, ਮੈਂ ਭਟਕ ਭਟਕ ਕੇ ਥੱਕ ਗਿਆ ਹਾਂ, ਬਹੁਤ ਭਟਕਿਆ ਹਾਂ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ। ਭਟਕ ਭਟਕ ਕੇ ਥੱਕ ਗਿਆ ਹਾਂ। ਔਰ ਹਕੀਕਤ ਹੈ, ਜਦੋਂ ਅਸੀਂ ਆਪਣੇ ਜੀਵਨ ਵੱਲ ਇੱਕ ਝਾਤ ਮਾਰਦੇ ਹਾਂ ਤਾਂ ਈਰਖਾ, ਦਵੇਸ਼, ਵੈਰ, ਵਿਰੋਧ, ਪਾਪ, ਅਪਰਾਧ ਕਰ ਕਰਕੇ ਬੰਦਾ ਥੱਕਿਆ ਹੀ ਪਿਆ ਹੈ। ਇਹਨਾਂ ਕੰਮਾਂ ਦੇ ਵਿੱਚੋਂ ਸ਼ਾਂਤੀ ਤਾਂ ਮਿਲੀ ਨਹੀਂ, ਸੁੱਖ ਤਾਂ ਮਿਲਿਆ ਨਹੀਂ, ਖੁਸ਼ੀ ਤਾਂ ਮਿਲੀ ਨਹੀਂ, ਖੇੜਾ ਤਾਂ ਮਿਲਿਆ ਨਹੀਂ। ਸੰਸਾਰ ਐਸੇ ਕਰਮ ਕਰ ਕਰਕੇ ਥੱਕ ਗਿਆ ਨਾ। ਦੂਜੀ ਗੱਲ, ਜੋ ਕਰਮ ਕਾਂਡ ਨੇ ਧਰਮ ਦੇ ਨਾਮ ਤੇ, ਚਾਹੇ ਉਹ ਤੀਰਥ ਯਾਤਰਾਵਾਂ ਨੇ, ਚਾਹੇ ਉਹ ਜਪ ਤਪ ਸੰਜਮ ਨੇ, ਚਾਹੇ ਉਹ ਪਾਠ ਪੂਜਾ ਹੈ, ਚਾਹੇ ਸਮਾਧੀਆਂ ਆਦਿਕ ਨੇ, ਜਾਂ ਹੋਰ ਕਰਮ ਕਾਂਡ ਨੇ, ਵਰਤ ਨਰਾਤੇ ਨੇ, ਇਹ ਕਰਮ ਕਰ ਕਰਕੇ ਬੰਦਾ ਥੱਕ ਹੀ ਗਿਆ ਹੈ। ਇਹਨਾਂ ਕਰਮਾਂ ਰਾਹੀਂ ਸੁਖ ਸ਼ਾਂਤੀ ਤਾਂ ਮਿਲੀ ਨਹੀਂ ਹੈ। ਇਸ ਲਈ ਭਰਮ ਕੇ ਜੋ ਥੱਕ ਗਿਆ ਹੈ, ਸੁਖ ਸ਼ਾਂਤੀ ਜੀਵਨ ਵਿੱਚ ਨਹੀਂ ਮਿਲੀ, ਤਾਂ ਉਹਦੇ ਵਾਸਤੇ ਇੱਕ ਹੀ ਰਾਹ ਬਚਦਾ ਹੈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ, ਰੱਬੀ ਗੁਨਾਹ ਦੇ ਧਾਰਨੀ ਹੋਣਾ, ਰੱਬੀ ਸ਼ਰਨ ਵਿੱਚ ਆਉਣਾ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ। ਹੇ ਦੀਨਾਂ ਤੇ ਦਇਆ ਕਰਨ ਵਾਲੇ, ਮੈਨੂੰ ਵਿਕਾਰਾਂ ਤੋਂ ਬਚਾ ਲੈ, ਮੈਂ ਭਟਕ ਭਟਕ ਕੇ ਹਾਰ ਗਿਆ ਹਾਂ। ਤਾਂ ਇਹਦਾ ਮਤਲਬ ਸਾਨੂੰ ਇੱਕ ਸਕਾਰਾਤਮਕ ਸੋਚ ਦਿੱਤੀ ਜਾ ਰਹੀ ਹੈ ਕਿ ਜੇ ਜੀਵਨ ਅੰਦਰ ਭਟਕਣਾ ਹੈ, ਜੀਵਨ ਅੰਦਰ ਪਾਪ ਵਿਕਾਰਾਂ ਕਰਕੇ ਜੇ ਕਿਤੇ ਕਮੀ ਪੇਸ਼ੀ ਜੀਵਨ ਵਿੱਚ ਹੈ, ਤਾਂ ਉਹਦਾ ਇਲਾਜ ਇਹ ਹੈ ਕਿ ਰੱਬੀ ਸ਼ਰਨ ਵਿੱਚ ਆਉਣਾ, ਤੇ ਨਾਲ ਹਰ ਇੱਕ ਦੇ ਅੰਦਰ ਸੰਭਾਵਨਾ ਹੈ, ਪੋਸੀਬਿਲਿਟੀ ਹੈ ਕਿ ਜਿਹੜਾ ਗੁਨਾਹ ਤੋਂ ਸਖਣਾ ਹੈ, ਜੇ ਰੱਬੀ ਰਜ਼ਾ ਪਾਣੇ ਨਾਲ ਜੁੜੇ ਤਾਂ ਉਹ ਵੀ ਦਇਆ ਦਾ ਪਾਤਰ ਬਣ ਸਕਦਾ ਹੈ, ਉਹ ਵੀ ਗੁਨਾਹ ਕਰਕੇ ਅਮੀਰ ਹੋ ਸਕਦਾ ਹੈ, ਉਹਦੇ ਜੀਵਨ ਵਿੱਚ ਵੀ ਮਹਾਨਤਾ ਜਿਹੜੀ ਹੈ ਉਹ ਆ ਸਕਦੀ ਹੈ। ਭਗਤ ਵਛਲ ਤੇਰਾ ਬਿਰਦ, ਹਰ ਪਤਿਤ ਉਧਾਰਿਆ। ਭਗਤ ਵਛਲ ਦਾ ਮਤਲਬ ਹੈ ਭਗਤੀ ਨਾਲ ਪਿਆਰ ਕਰਨ ਵਾਲਾ। ਵਛਲ ਦਾ ਮਤਲਬ ਹੁੰਦਾ ਹੈ ਵਤਸਲ, ਪਿਆਰ ਕਰਨ ਵਾਲਾ। ਜੇ ਭਗਤ ਦੇ ਤੱਤੇ ਨਾਲ ਸਿਹਾਰੀ ਨਾ ਹੁੰਦੀ, ਤੱਤਾ ਮੁਕਤਾ ਹੁੰਦਾ, ਭਗਤ ਵਛਲ ਹੁੰਦਾ, ਫਿਰ ਅਰਥ ਬੰਨਾ ਸੀ ਭਗਤਾਂ ਨਾਲ ਪਿਆਰ ਕਰਨ ਵਾਲਾ। ਹੁਣ ਇੱਥੇ ਤੱਤੇ ਨਾਲ ਸਿਹਾਰੀ ਹੈ। ਇਹ ਭਗਤੀ ਸ਼ਬਦ ਜਿਹੜਾ ਹੈ, ਭਗਤ ਸ਼ਬਦ, ਇਹ ਫੀਮੇਲ ਜੈਂਡਰ ਹੈ, ਇਸਤਰੀ ਲਿੰਗ ਹੈ। ਭਗਤ ਵਛਲ ਦਾ ਮਤਲਬ ਭਗਤੀ ਨੂੰ ਪਿਆਰ ਕਰਨ ਵਾਲਾ। ਤੇਰਾ ਬਿਰਦ, ਬਿਰਦ ਦਾ ਮਤਲਬ ਹੈ ਸੁਭਾਅ। ਪਤਿਤ ਉਧਾਰਿਆ ਦਾ ਮਤਲਬ ਹੈ ਵਿਕਾਰਾਂ ਵਿੱਚ ਡਿੱਗੇ ਹੋਇਆਂ ਨੂੰ ਬਚਾਉਣ ਵਾਲਾ। ਹੇ ਪ੍ਰਭੂ, ਭਗਤੀ ਨੂੰ ਪਿਆਰ ਕਰਨਾ, ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਬਚਾਉਣਾ, ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ। ਯਾਨੀ ਤੂੰ ਪਿਆਰ ਕਰਨਾ ਹੈ ਭਗਤੀ ਦੇ ਨਾਲ। ਭਗਤੀ ਦਾ ਮਤਲਬ ਇਹ ਨਹੀਂ ਕਿ ਮਾਲਾ ਫੇਰਨੀ ਜਾਂ ਸੰਸਾਰ ਦਾ ਤਿਆਗ। ਭਗਤੀ ਦਾ ਮਤਲਬ ਹੈ ਰੱਬੀ ਗੁਣਾਂ ਦੇ ਧਾਰਨੀ ਹੋਣਾ। ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤ ਹੈ ਹੀ ਉਹ ਜੋ ਅਕਲ ਹੁੰਦਿਆਂ ਉਸ ਅਕਲ ਦਾ ਮਿਸਯੂਜ਼ ਨਾ ਕਰੇ, ਦੂਜਿਆਂ ਨੂੰ ਆਪਣੀ ਅਕਲ ਦੇ ਨਾਲ ਨੀਵਾਂ ਨਾ ਵਿਖਾਏ, ਠੱਗੀਆਂ ਨਾ ਮਾਰੇ। ਜੋ ਤਾਕਤ ਦੇ ਹੁੰਦਿਆਂ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਨਾ ਕਰੇ, ਔਰ ਜੋ ਅਣਹੋਂਦ ਦੇ ਅੰਦਰ ਵੀ ਵੰਡ ਕੇ ਛਕੇ, ਉਹੀ ਰੱਬ ਦਾ ਪਿਆਰਾ ਹੈ। ਤਾਂ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਔਰ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਤਾਂ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਸੁਭਾਅ ਹੈ ਨਾ ਰੱਬ ਦਾ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਉਹਦਾ ਸੁਭਾਅ ਹੈ। ਇੱਥੇ ਜੇ ਸੱਜਣ ਵਰਗੇ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਨਾ, ਤਾਂ ਉਹ ਵੀ ਗੁਰੂ ਕੇ ਭਾਈ ਸੱਜਣ ਬਣ ਜਾਂਦੇ। ਇੱਥੇ ਕੋਡੇ ਵਰਗੇ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਤਾਂ ਉਹ ਵੀ ਗੁਰੂ ਦੇ ਪਿਆਰੇ ਹੋ ਜਾਂਦੇ ਨੇ ਔਰ ਮਨੁੱਖਤਾ ਨੂੰ ਜੀਵਨ ਦਾਨ ਦੇਣ ਵਾਲੇ ਬਣ ਜਾਂਦੇ ਨੇ। ਇਹ ਸੁਭਾਅ ਹੈ। ਇਸ ਲਈ ਜੇ ਅਸੀਂ ਪ੍ਰਭੂ ਦੇ ਪਿਆਰ ਦੇ ਪਾਤਰ ਬਣਨੇ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਸਾਡੇ ਕੋਲ ਇੱਕ ਨੇਮ ਹੈ, ਇੱਕੋ ਹੀ ਸਾਧਨ ਹੈ, ਰੱਬੀ ਗੁਣਾਂ ਦੇ ਨਾਲ ਜੁੜਨਾ। ਔਰ ਜੇ ਪਤਿਤ ਮਨੁੱਖ ਪਾਵਨ ਹੋਣਾ ਚਾਹੇ ਤਾਂ ਕੋਈ ਵੀ ਮਨੁੱਖ ਕਿਸੇ ਵੀ ਸਮੇਂ ਪਤਿਤ ਤੋਂ ਪਾਵਨ ਹੋ ਸਕਦਾ ਹੈ, ਨੀਵੇਂ ਤੋਂ ਉੱਚਾ ਹੋ ਸਕਦਾ ਹੈ, ਉੱਚੇ ਸੁੱਚੇ ਆਚਰਨ ਵਾਲਾ ਬਣ ਸਕਦਾ ਹੈ, ਜੇ ਉਹ ਰੱਬੀ ਗੁਣਾਂ ਦੇ ਨਾਲ ਜੁੜਦਾ ਹੈ। ਤੁਝ ਬਿਨ ਨਾਹੀ ਕੋਏ, ਬਿਨੋ ਮੋਹਿ ਸਾਰਿਆ। ਸਾਰਿਆ ਦਾ ਮਤਲਬ ਸਾਰ ਲੈਣ ਵਾਲਾ।
ਸਿਰੇ ਚਾੜਨ ਵਾਲਾ। ਬਿਨੋ ਮੋਹਿ ਦਾ ਮਤਲਬ ਮੇਰੀ ਬੇਨਤੀ। हे ਪ੍ਰਭੂ, ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ ਸਕੇ। ਹੋਰ ਕੋਈ ਨਹੀਂ ਹੈ ਜੋ ਮੇਰੇ ਇਸ ਕਾਮਯਾਬੀ ਦੇ ਅੰਦਰ ਮੇਰੀ ਸਹਾਇਤਾ ਕਰ ਸਕੇ। ਹੋਰ ਕੋਈ ਥਾਂ ਨਹੀਂ ਹੈ ਜਿਹਦੇ ਅੱਗੇ ਮੈਂ ਜਾ ਕੇ ਬੇਨਤੀਆਂ ਕਰਾਂ, ਜਿਹਦੇ ਅੱਗੇ ਮੈਂ ਅਰਦਾਸਾਂ ਕਰਾਂ, ਜਿਹੜਾ ਮੈਨੂੰ ਪਾਪਾਂ ਵਿਕਾਰਾਂ ਤੋਂ ਬਚਾ ਸਕਦਾ ਹੋਵੇ। ਹੋਰ ਕੋਈ ਸਾਧਨ ਨਹੀਂ ਹੈ। ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਤੀਰਥ ਯਾਤਰਾ, ਕੋਈ ਜਪ ਤਪ ਸੰਜਮ, ਕੋਈ ਸਮਾਧੀ ਮੈਨੂੰ ਇਹਨਾਂ ਵਿਕਾਰਾਂ ਤੋਂ ਨਹੀਂ ਬਚਾ ਸਕਦੀ। ਇਸ ਲਈ ਤੇਰੇ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਜਿੱਥੇ ਮੇਰੀ ਇਹ ਬੇਨਤੀ ਪੂਰੀ ਹੋ ਸਕੇ, ਜਿੱਥੇ ਮੇਰੀ ਇਹ ਤਾਂਘ ਪੂਰੀ ਹੋ ਸਕੇ। ਤਾਂ ਇਹਦਾ ਮਤਲਬ ਕਿ ਸਾਡੀ ਇੱਕੋ ਹੀ ਥਾਂ ਤੇ ਪੂਰੀ ਪੈ ਸਕਦੀ ਹੈ। ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਜੇ ਰੱਬੀ ਗੁਣਾਂ ਦੇ ਨਾਲ ਜੁੜਿਆ ਜਾਏ। ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਜੇ ਰੱਬੀ ਰਜ਼ਾ ਮੁਤਾਬਕ ਤੁਰਿਆ ਜਾਏ। ਹੋਰ ਕੋਈ ਸਾਧਨ ਨਹੀਂ ਹੈ, ਹੋਰ ਕੋਈ ਟਿਕਾਣਾ ਨਹੀਂ ਹੈ। ਕੋਈ ਜੋਤਸ਼ੀ, ਕੋਈ ਬਾਬਾ, ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ ਸਾਨੂੰ ਦੁੱਖਾਂ ਤੋਂ ਨਹੀਂ ਬਚਾ ਸਕਦਾ। ਇੱਕ ਹੀ ਸਾਧਨ ਹੈ ਤੇ ਉਹ ਸਾਧਨ ਹੈ ਰੱਬੀ ਰਜ਼ਾ ਵਿੱਚ ਤੁਰਨਾ, ਲਾ ਆਫ ਨੇਚਰ ਨੂੰ ਫੋਲੋ ਕਰਨਾ, ਰੱਬ ਦੇ ਭਾਣੇ ਵਿੱਚ ਜ਼ਿੰਦਗੀ ਗੁਜ਼ਾਰਨੀ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਕਰ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ। ਇਹ ਦਇਆਲ ਸ਼ਬਦ ਨੂੰ ਦਿਆਲ ਨਹੀਂ ਪੜਨਾ। ਦਿਆਲ ਆਮ ਕਰਕੇ 98, 97, 98% ਵੀਰ ਪੈਣਾ ਦਿਆਲ ਬੋਲਦੇ ਨੇ। ਦਿਆਲ ਨਹੀਂ। ਦਿਆਲ ਤਾਂ ਬਣੇਗਾ ਜੇ ਦੱਦੇ ਨਾਲ ਸਿਹਾਰੀ ਲੱਗੀ ਹੋਵੇ, ਐੜੇ ਨਾਲ ਕੰਨਾ ਔਰ ਲੱਲਾ ਹੋਵੇ, ਫਿਰ ਬਣਦਾ ਹੈ ਦਿਆਲ। ਇੱਥੇ ਈੜੀ ਨਾਲ ਸਿਹਾਰੀ ਹੈ, ਇਸ ਨੂੰ ਬੋਲਣਾ ਹੈ ਦਇਆਲ। ਜਿਵੇਂ ਦਇਆ, ਦਇਆ ਦੇ ਨਾਲ ਲ ਜੋੜ ਦੇਣਾ ਹੈ, ਦਇਆਲ। ਕਰ ਦਾ ਮਤਲਬ ਹੱਥ, ਗਹਿ ਦਾ ਮਤਲਬ ਫੜ ਕੇ, ਲੇਹੁ ਦਾ ਮਤਲਬ ਲੋ, ਸਾਗਰ ਸੰਸਾਰਿਆ ਦਾ ਮਤਲਬ ਸੰਸਾਰ ਸਮੁੰਦਰ, ਵਿਕਾਰਾਂ ਦਾ ਸਾਗਰ। ਹੇ ਦਇਆ ਦੇ ਸਾਗਰ, ਹੇ ਦਇਆਲੂ ਪ੍ਰਭੂ, ਮੇਰਾ ਹੱਥ ਫੜ ਲੈ ਤੇ ਮੈਨੂੰ ਸੰਸਾਰ ਸਮੁੰਦਰ ਚੋਂ ਬਚਾ ਲੈ। ਮੇਰਾ ਹੱਥ ਫੜ ਲੈ ਔਰ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੈ। ਤਾਂ ਜਿਹੜਾ ਆਪਣਾ ਹੱਥ ਪ੍ਰਭੂ ਨੂੰ ਫੜਾ ਦੇਗਾ, ਗੁਰੂ ਨੂੰ ਫੜਾ ਦੇਗਾ, ਗੁਰੂ ਉਸ ਨੂੰ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਜ਼ਰੂਰਤ ਹੈ ਆਪਣਾ ਹੱਥ ਫੜਾਉਣ ਦੀ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਜੀਵਨ ਚੋਂ ਸਾਖੀਆਂ ਪੜ੍ਹਦੇ ਹਾਂ ਨਾ, ਆਮ ਇਤਿਹਾਸਕਾਰ ਸਾਨੂੰ ਇਹ ਸੁਣਾਉਂਦੇ ਹਨ, ਆਮ ਪ੍ਰਚਾਰਕ ਸਾਨੂੰ ਸੁਣਾਉਂਦੇ ਹਨ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਗਏ ਨੇ ਤੇ ਉਹਨਾਂ ਨੇ ਘੋੜੀ ਦੀ ਲਗਾਮ ਫੜ ਲਈ ਕਿ ਲਿਆ ਮੈਂ ਤੈਨੂੰ ਗੁਰੂ ਨਾਨਕ ਦੇਵ ਦੇ ਘਰ ਵਿੱਚ ਪਹੁੰਚਾ ਦਿੰਦਾ। ਭਾਈ ਲਹਿਣਾ ਜੀ ਨੇ ਘੋੜੀ ਦੀ ਲਗਾਮ ਫੜਾ ਦਿੱਤੀ। ਇਹ ਸਾਖੀਕਾਰ ਅੱਗੇ ਚੱਲ ਕੇ ਕਹਿੰਦੇ ਨੇ ਕਿ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਘੋੜੀ ਇੱਥੇ ਬੰਨ੍ਹ ਦੇ। ਉਸਨੇ ਘੋੜੀ ਬੰਨ੍ਹ ਦਿੱਤੀ ਔਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਜਦੋਂ ਧਰਮਸ਼ਾਲਾ ਵਿੱਚ ਪਹੁੰਚੇ ਤੇ ਜਾ ਕੇ ਵੇਖਦੇ ਨੇ ਕਿ ਉਹੀ ਬਜ਼ੁਰਗ, ਉਹੀ ਬਾਬਾ ਜੋ ਘੋੜੀ ਦੀ ਲਗਾਮ ਫੜ ਕੇ ਲਿਆਇਆ ਹੈ, ਗੁਰੂ ਨਾਨਕ ਦੇਵ ਉਹੀ ਹੈ। ਯਾਨੀ ਗੁਰੂ ਨਾਨਕ ਦੇਵ ਨੂੰ ਉਹ ਪਹਿਚਾਨ ਨਹੀਂ ਪਾਏ। ਜਦੋਂ ਪਹਿਚਾਣਿਆ ਵੀ ਉਹੀ ਹੈ, ਮੁਆਫੀ ਮੰਗੀ ਕਿ ਪਾਤਸ਼ਾਹ ਗਲਤੀ ਹੋ ਗਈ ਕਿ ਮੈਂ ਤੁਹਾਨੂੰ ਲਗਾਮ ਫੜਾ ਦਿੱਤੀ ਔਰ ਤੁਸੀਂ ਘੋੜੀ ਫੜ ਕੇ ਲਿਆਏ। ਤੇ ਸਾਖੀਕਾਰ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਮੁਸਕਰਾਏ, ਕਹਿਣ ਲੱਗੇ ਭਾਈ ਲਹਿਣਿਆ, ਜੇ ਤੂੰ ਘੋੜੀ ਦੀ ਲਗਾਮ ਮੈਨੂੰ ਨਾ ਫੜਾਂਦਾ ਤੇ ਹੋ ਸਕਦਾ ਤੂੰ ਮੇਰੇ ਘਰ ਵਿੱਚ ਨਾ ਆ ਸਕਦਾ। ਜਿਹੜਾ ਆਪਣੀ ਘੋੜੀ ਦੀ ਲਗਾਮ ਮੈਨੂੰ ਫੜਾ ਦਿੰਦਾ ਉਹਨੂੰ ਮੈਂ ਆਪਣੇ ਘਰ ਲੈ ਆਉਣਾ ਵਾ। ਠੀਕ ਹੈ ਨਾ। ਇਹ ਸਾਖੀ ਦੇ ਵਿੱਚੋਂ ਇਹ ਭਾਵ ਕੱਢਿਆ ਜਾ ਰਿਹਾ। ਤੇ ਉਹ ਲਗਾਮ ਕਿਹੜੀ ਹੈ ਘੋੜੀ ਦੀ ਜਿਹੜੀ ਅਸੀਂ ਫੜਾਣੀ ਹੈ? ਸਾਡੀ ਸੋਚ, ਸਾਡੀ ਮੱਤ। ਆਪਣੀ ਸੋਚ ਦੀ, ਆਪਣੀ ਮੱਤ ਦੀ ਲਗਾਮ ਗੁਰੂ ਨੂੰ ਫੜਾ ਦਿਓ ਤੇ ਗੁਰੂ ਤੁਹਾਨੂੰ ਆਪਣੇ ਘਰ ਲੈ ਜਾਏਗਾ। ਤੇ ਭਾਈ ਲਹਿਣਾ ਜੀ ਨੇ ਫਿਰ ਉਹ ਘੋੜੀ ਪੱਕੇ ਤੌਰ ਤੇ ਉੱਥੇ ਬੰਨ੍ਹ ਦਿੱਤੀ, ਫਿਰ ਖੋਲੀ ਨਹੀਂ ਹੈ। ਤੇ ਭਾਈ ਲਹਿਣਾ ਜੀ ਫਿਰ ਭਾਈ ਲਹਿਣਾ ਨਹੀਂ ਰਹੇ, ਉਹ ਗੁਰੂ ਅੰਗਦ ਪਾਤਸ਼ਾਹ ਬਣ ਗਏ। ਤਾਂ ਜ਼ਰੂਰਤ ਹੈ, ਇਹਨੂੰ ਕਹਿੰਦੇ ਨੇ ਕਰ ਗਏ ਲੇਹੋ। ਹੁਣ ਜੇ ਹੱਥ ਫੜਾਓਗੇ ਤਾਂ ਹੀ ਗੁਰੂ ਫੜੇਗਾ ਨਾ ਹੱਥ। ਆਮ ਜੋ ਬੰਦਾ ਹੈ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਮੇਰਾ ਹੱਥ ਫੜ ਕੇ ਮੈਨੂੰ ਬਚਾ ਲਓ ਜੀ, ਮੇਰੀਆਂ ਕੋਠੀਆਂ ਬਣਾ ਦਿਓ ਜੀ, ਮੇਰੀਆਂ ਕਾਰਾਂ ਬਣਾ ਦਿਓ ਜੀ, ਜਾਂ ਇਹ ਜਾਂ ਉਹ, ਸਾਨੂੰ ਦੁੱਖਾਂ ਤੋਂ ਬਚਾਓ। ਹੱਥ ਫੜਾਉਣ ਦਾ ਮਤਲਬ ਹੈ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਫੜ ਲੈਣੀ, ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। हे ਮਾਲਕ, ਰਹਿਮਤ ਕਰੋ, ਮੇਰਾ ਜੀਵਨ, ਮੈਨੂੰ ਜੀਵਨ ਦਾ ਸਹੀ ਰਾਸਤਾ ਵਿਖਾਓ, ਮੇਰਾ ਹੱਥ ਫੜ ਕੇ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾਓ। ਹੁਣ ਜਦੋਂ ਅਸੀਂ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖ ਦਿਆਂਗੇ
ਔਰ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਵਾਂਗੇ, ਗੁਰੂ ਤੋਂ ਗਿਆਨ ਦੀ ਦਾਤ ਲਵਾਂਗੇ, ਵਿਵੇਕ ਬੁੱਧ ਲਵਾਂਗੇ, ਤਾਂ ਅਸੀਂ ਵਿਕਾਰਾਂ ਤੋਂ ਬਚ ਜਾਵਾਂਗੇ। ਕਿਉਂਕਿ ਗੁਰੂ ਦੀ ਮੱਤ ਸਾਨੂੰ ਵਿਕਾਰਾਂ ਵੱਲ ਜਾਣ ਨਹੀਂ ਦੇਵੇਗੀ। ਜੇ ਅਸੀਂ ਝੂਠ ਬੋਲਾਂਗੇ ਨਾ, ਕਿ ਬੋਲਣ ਦਾ ਮੂਡ ਬਣੇਗਾ, ਤਾਂ ਅੰਦਰੋਂ ਆਵਾਜ਼ ਆਏਗੀ, ਕੂੜ ਬੋਲ ਮੁਰਦਾਰ ਖਾਏ। ਗੁਰੂ ਦੀ ਪਾਵਨ ਬਾਣੀ ਸਾਨੂੰ ਵਿਕਾਰਾਂ ਤੋਂ ਬਚਾਏਗੀ। ਇਸ ਲਈ ਜੇ ਕੋਈ ਚਾਹੁੰਦਾ ਹੈ ਦੁੱਖਾਂ ਤੋਂ ਬਚਣਾ, ਤਾਂ ਉਹਦੇ ਵਾਸਤੇ ਇੱਕੋ ਸਾਧਨ ਹੈ ਕਿ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਇਆ ਜਾਏ ਔਰ ਰੱਬੀ ਰਜ਼ਾ ਪਾਣੇ ਵਿੱਚ ਤੁਰਿਆ ਜਾਏ। ਸ਼ਲੋਕ। ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਉਧਰਣ ਨਹੀਂ, ਉਧਰਣ। ਸੰਤ ਉਧਰਣ, ਇਹਦਾ ਮਤਲਬ ਕਿ ਰੱਬ ਦੇ ਪਿਆਰਿਆਂ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ, ਉਧਾਰਨ ਵਾਲਾ। ਉਧਰਣ ਨਹੀਂ, ਇਹਨੂੰ ਪੜਨਾ ਹੈ ਉਧਰਣ। ਸੰਤ ਉਧਰਣ ਦਇਆਲੰ। ਸੰਤ ਦਾ ਮਤਲਬ ਜੋ ਰੱਬ ਦੇ ਦਾਸ ਨੇ, ਰੱਬ ਦੇ ਪਿਆਰੇ ਨੇ, ਜੋ ਰੱਬੀ ਰਜ਼ਾ ਤੇ ਤੁਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਸਰੰ ਦਇਆਲੰ ਦਾ ਮਤਲਬ ਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ। ਕੀਰਤਨ ਦਾ ਮਤਲਬ ਸਿਫਤ ਸਲਾਹ, ਰੱਬੀ ਗੁਣ। ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਤਾਂ ਜਿਹੜੇ ਰੱਬ ਦੇ ਪਿਆਰੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਨੇ, ਦਿਆਲ ਪ੍ਰਭੂ ਉਹਨਾਂ ਆਪਣੇ ਪਿਆਰਿਆਂ ਨੂੰ ਮਾਇਆ ਦੀ ਤਪਸ਼ ਤੋਂ, ਵਿਕਾਰਾਂ ਦੀ ਤਪਸ਼ ਤੋਂ ਬਚਾ ਲੈਂਦਾ। ਇਸ ਦੁਨੀਆ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ। ਜਿਸ ਤਪਸ਼ ਦੇ ਅੰਦਰ, ਜਿਸ ਅਗਨ ਦੇ ਅੰਦਰ ਆਮ ਬੰਦਾ ਜਲ ਰਿਹਾ ਹੈ, ਜਿਸ ਨੂੰ ਪਾਵਨ ਬਾਣੀ ਵਿੱਚ ਕਿਹਾ ਹੈ ਗੁੱਝੀ ਪਾਹ ਜਲੇ ਸੰਸਾਰਾ, ਕਿ ਗੁੱਝੀ ਅੱਗ ਦੇ ਅੰਦਰ ਸੰਸਾਰ ਸੜ ਰਿਹਾ ਹੈ। ਅੰਦਰੇ ਅੰਦਰ ਵਿਕਾਰਾਂ ਦੇ ਅੰਦਰ ਇਨਸਾਨੀਅਤ ਜਿਹੜੀ ਹੈ ਸੜਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਚਿੰਤਾ ਦੀ ਅੱਗ ਦੇ ਅੰਦਰ ਆਮ ਬੰਦਾ ਜਲ ਰਿਹਾ ਹੈ। ਘਰ ਘਰ ਇਹ ਅੱਗ ਨਜ਼ਰੀ ਪੈ ਰਹੀ ਹੈ। ਕੋਈ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ ਤੇ ਕੋਈ ਲੋਭ ਦੀ ਅੱਗ ਦੇ ਅੰਦਰ ਝੁਲਸਿਆ ਪਿਆ ਹੈ। ਕੋਈ ਹੰਕਾਰ ਦੀ ਅੱਗ ਵਿੱਚ ਸੜਿਆ ਪਿਆ ਹੈ ਤੇ ਕੋਈ ਸੈਲਫਿਸ਼ਨੈਸ ਔਰ ਮੋਹ ਦੀ ਅੱਗ ਦੇ ਅੰਦਰ ਸੜਿਆ ਪਿਆ ਹੈ। ਪਰ ਜਿਹੜੇ ਲੋਕ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੇ ਨੇ ਨਾ, ਆਸਰੰਗ ਦਾ ਮਤਲਬ ਆਸਰਾ, ਗੋਪਾਲ ਕੀਰਤਨੇ ਦਾ ਮਤਲਬ ਰੱਬੀ ਸਿਫਤ ਸਲਾਹ, ਰੱਬੀ ਗੁਣ। ਜੋ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਨੇ, ਦਿਆਲੂ ਪ੍ਰਭੂ ਉਹਨਾਂ ਨੂੰ ਵਿਕਾਰਾਂ ਦੀ ਅੱਗ ਵਿੱਚ ਸੜਨ ਤੋਂ ਬਚਾ ਲੈਂਦਾ ਹੈ। ਹੁਣ ਕਿਵੇਂ ਬਚਾ ਲੈਂਦਾ ਹੈ? ਦੇਖੋ, ਮੈਂ ਈਰਖਾ ਦੀ ਅੱਗ ਵਿੱਚ ਸੜ ਰਿਹਾ ਹਾਂ, ਤੇ ਜੇ ਮੈਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਵਾਂ ਔਰ ਪ੍ਰੇਮ ਦਾ ਧਾਰਨੀ ਹੋ ਜਾਵਾਂ, ਗੁਰਮਤਿ ਤੋਂ ਮੈਨੂੰ ਪ੍ਰੇਮ ਦੀ ਦਾਤ ਮਿਲੇ ਕਿ ਸਭ ਦੇ ਨਾਲ ਪਿਆਰ ਨਾਲ ਰਹਿਣਾ ਹੈ, ਤਾਂ ਪਿਆਰ ਅੰਦਰ ਪ੍ਰਗਟ ਹੁੰਦਿਆਂ ਹੀ ਈਰਖਾ ਦੀ ਅੱਗ ਬੁਝ ਜਾਏਗੀ। ਨਿਮਰਤਾ ਧਾਰਨ ਕਰਦਿਆਂ ਹੀ ਹੰਕਾਰ ਦੀ ਅੱਗ ਬੁਝ ਜਾਏਗੀ। ਗੁਰੂ ਜੀ ਸਾਨੂੰ ਕਹਿੰਦੇ ਨੇ ਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਸੰਤ ਸੰਗੇਣ ਦਾ ਮਤਲਬ ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ। ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ। ਨਿਰਮਲ, ਨਿਰਮਲੰ ਦਾ ਮਤਲਬ ਨਿਰਮਲ, ਮੈਲ ਤੋਂ ਰਹਿਤ। ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੋਗੇ ਔਰ ਪ੍ਰਭੂ ਦੀ ਓਟ ਲਓਗੇ ਤਾਂ ਨਿਰਮਲ ਹੋ ਜਾਓਗੇ। ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ, ਨਿਰਮਲ ਹੋ ਜਾਈਦਾ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੇ ਸੰਗਤ ਕਰਨ ਦਾ ਮਤਲਬ ਹੈ ਉਹਨਾਂ ਦੇ ਸਾਥ ਮਿਲ ਕੇ ਤੁਰਨਾ, ਉਹਨਾਂ ਰਾਹਾਂ ਨੂੰ ਅਪਣਾ ਲੈਣਾ ਜਿਨ੍ਹਾਂ ਰਾਹਾਂ ਨੂੰ ਰੱਬ ਦੇ ਪਿਆਰਿਆਂ ਨੇ ਅਪਣਾਇਆ ਹੈ। ਜਦੋਂ ਅਸੀਂ ਵੀ ਉਹਨਾਂ ਰਾਹਾਂ ਤੇ ਤੁਰਾਂਗੇ ਤਾਂ ਅਸੀਂ ਵੀ ਨਿਰਮਲ ਹੋ ਜਾਵਾਂਗੇ। ਕਿਉਂਕਿ ਰੱਬ ਦੇ ਪਿਆਰੇ ਮੈਲ ਤੋਂ ਰਹਿਤ ਕਿਉਂ ਹੋਏ ਨੇ? ਕਿਉਂਕਿ ਉਹਨਾਂ ਮਨ, ਬਚਨ, ਕਰਮ ਦੇ ਅੰਦਰ ਸੱਚਾਈ ਹੈ, ਉਹਨਾਂ ਦੇ ਅੰਦਰ ਦਇਆ ਹੈ, ਉਹਨਾਂ ਦੇ ਅੰਦਰ ਧਰਮ ਹੈ। ਤੇ ਜੇ ਸਾਡੇ ਅੰਦਰ ਵੀ ਇਹ ਗੁਣ ਆ ਜਾਣਗੇ, ਅਸੀਂ ਵੀ ਨਿਰਮਲ ਹੋ ਜਾਵਾਂਗੇ। ਇਸ ਲਈ ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਨਿਰਮਲ ਹੋ ਜਾਈਦਾ ਹੈ। ਓਟ ਨਾਨਕ ਪਰਮੇਸ਼ਰ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਆ, ਤੂੰ ਵੀ ਸੰਗਤ ਵਿੱਚ ਮਿਲ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਤੂੰ ਹੀ ਰੱਬ ਦੀ ਓਟ ਲੈ, ਤੂੰ ਹੀ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਤੇਰਾ ਵੀ ਪਾਰ ਉਤਾਰਾ ਹੋ ਜਾਏ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਇੱਥੇ ਕਾਮ ਦਾ ਮਤਲਬ ਹੈ ਮਨ ਦੀ ਤਪਸ਼, ਮਨ ਦੇ ਅੰਦਰ ਵਿਕਾਰਾਂ ਦੀ ਅੱਗ, ਮਨ ਦੀ ਤਪਸ਼।
ਮਿਟਦੀ ਨਹੀਂ ਹੈ। ਚੰਦਨ ਦਾ ਮਤਲਬ ਭਾਵੇਂ ਚੰਦਨ ਦਾ ਲੇਪ ਕਰ ਲਓ, ਚੰਦਨ ਠੰਡਾ ਹੁੰਦਾ ਨਾ, ਚੰਦਨ ਵਿੱਚ ਸੁਗੰਧ ਵੀ ਹੈ, ਚੰਦਨ ਦੇ ਅੰਦਰ ਠੰਡਕ ਵੀ ਹੈ। ਜੇ ਕੋਈ ਚੰਦਨ ਦੀ ਲੱਕੜ ਨੂੰ ਘਸ ਕਰਕੇ ਆਪਣੇ ਸਾਰੇ ਸਰੀਰ ਦੇ ਉੱਤੇ ਲੇਪ ਕਰ ਲਵੇ ਤਾਂ ਚੰਦਨ ਦਾ ਲੇਪਨ ਕਰਨ ਦੇ ਨਾਲ ਮਨ ਦੀ ਤਪਸ਼ ਨਹੀਂ ਮਿਟਦੀ, ਤਨ ਨੂੰ ਠੰਡਕ ਮਿਲ ਜਾਏਗੀ, ਤਨ 'ਚ ਸੁਗੰਧ ਆ ਜਾਏਗੀ, ਪਰ ਮਨ ਦੇ ਅੰਦਰ ਤਾਂ ਈਰਖਾ, ਦਵੇਸ਼, ਵੈਰ ਵਿਰੋਧ ਦੀ ਦੁਰਗੰਧ ਉੱਠ ਰਹੀ ਹੈ, ਉਹ ਤਾਂ ਉੱਠਦੀ ਰਹੇਗੀ। ਤਨ ਠੰਡਾ ਹੋ ਜਾਏਗਾ, ਪਰ ਮਨ ਦੇ ਅੰਦਰ ਤੇ ਕ੍ਰੋਧ ਦੀ ਅੱਗ ਹੈ, ਮਨ ਦੇ ਅੰਦਰ ਤੇ ਮੋਹ ਦੀ ਜਵਾਲਾ ਭੜਕ ਰਹੀ ਹੈ, ਮਨ ਦੇ ਅੰਦਰ ਤੇ ਹੰਕਾਰ ਦੇ ਔਰ ਲੋਭ ਦੇ ਭਾਂਬੜ ਬਲਦੇ ਨੇ ਪਏ। ਉਹਨਾਂ ਨੂੰ ਕਿਵੇਂ ਬੁਝਾਓਗੇ? ਚੰਦਨ ਨਹੀਂ ਬੁਝਾ ਪਾਏਗੀ। ਚੰਦ ਦਾ ਮਤਲਬ ਚੰਨ ਦੀ ਚਾਨਣੀ। ਹੁਣ ਚੰਨ ਦੀ ਚਾਨਣੀ ਦੇ ਅੰਦਰ ਠੰਡਕ ਹੈ ਨਾ, ਤੇ ਚੰਦ ਦੀ ਚਾਨਣੀ ਹੋਵੇ, ਪੂਰਨਮਾਸ਼ੀ ਦੀ ਰਾਤ ਹੋਵੇ, ਚਫੇਰੇ ਚਾਨਣਾ ਹੋਵੇ, ਠੰਡਕ ਹੋਵੇ, ਤਾਂ ਕੀ ਚੰਦ ਦੀ ਚਾਨਣੀ ਮਨ ਦੀ ਤਪਸ਼ ਨੂੰ ਬੁਝਾ ਦੇਗੀ? ਚੰਦ ਦੀ ਠੰਡਕ ਮਨ ਨੂੰ ਸ਼ਾਂਤ ਕਰ ਦੇਵੇਗੀ। ਸਰਦ ਰੁੱਤ ਦਾ ਮਤਲਬ ਸਰਦੀ ਦੀ ਰਿਤੂ, ਸਰਦੀ ਦਾ ਮੌਸਮ। ਜੋ ਸਰਦੀ ਦੀ ਰੁੱਤ ਹੈ, ਕਿ ਉਹ ਮਨ ਦੀ ਤਪਸ਼ ਨੂੰ ਮਿਟਾ ਸਕਦੀ ਹੈ? ਟੈਂਪਰੇਚਰ ਮਾਈਨਸ ਹੋਵੇ, ਬਾਹਰ ਸਨੋ ਪੈਂਦੀ ਹੋਵੇ, ਠੰਡ ਹੋਵੇ, ਬੰਦਾ ਠੰਡ ਦੇ ਨਾਲ ਠਰੂ ਠਰੂ ਕੰਬੇਗਾ ਤੇ ਸਹੀ, ਪਰ ਕੀ ਜਦੋਂ ਸਨੋਫਾਲ ਹੁੰਦੀ ਹੈ ਜਾਂ ਠੰਡਕ ਹੁੰਦੀ ਹੈ ਜਾਂ ਸਰਦੀ ਆਉਂਦੀ ਹੈ, ਉਦੋਂ ਮਨ ਸ਼ਾਂਤ ਹੋ ਜਾਂਦਾ ਹੈ? ਕਦੇ ਵੀ ਨਹੀਂ ਹੁੰਦਾ। ਬਾਹਰਲੀ ਸਰਦੀ ਸਰੀਰ ਨੂੰ ਠੰਡਿਆ ਕਰ ਸਕਦੀ ਹੈ, ਮਨ ਨੂੰ ਨਹੀਂ। ਮੂਲ ਦਾ ਮਤਲਬ ਮੂਲੋਂ ਹੀ, ਉੱਕਾ ਹੀ। ਗੁਰੂ ਜੀ ਕਹਿੰਦੇ ਨੇ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ, ਔਰ ਚਾਹੇ ਠੰਡੀ ਰੁੱਤ ਹੋਵੇ, ਸਰਦੀ ਦਾ ਮੌਸਮ ਹੋਵੇ, ਪੋਹ ਦਾ ਦਿਨ ਹੋਵੇ, ਸਨੋ ਪੈ ਰਹੀ ਹੋਵੇ, ਚੰਦਨ ਦਾ ਲੇਪ ਸਰੀਰ ਦੇ ਉੱਤੇ ਕੀਤਾ ਹੋਵੇ, ਤੇ ਬੰਦਾ ਬਾਹਰ ਸਨੋਫਾਲ ਦੇ ਵਿੱਚ ਤੁਰਿਆ ਫਿਰਦਾ ਹੋਵੇ ਚੰਦਰਮਾ ਦੀ ਚਾਨਣੀ ਦੇ ਵਿੱਚ, ਤਾਂ ਕੀ ਉਹ ਬੰਦੇ ਦੀ ਮਨ ਦੀ ਵਿਕਾਰਾਂ ਦੀ ਤਪਸ਼ ਮਿਟ ਜਾਏਗੀ? ਕਿ ਈਰਖਾ ਦਵੇਸ਼ ਖਤਮ ਹੋ ਜਾਏਗੀ? ਨਹੀਂ ਹੁੰਦੀ। ਭਾਵੇਂ ਚੰਦਨ ਦਾ ਲੇਪ ਕੀਤਾ ਹੈ, ਭਾਵੇਂ ਚੰਦਰਮਾ ਦੀ ਚਾਨਣੀ ਹੈ, ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਨਹੀਂ ਮਿਟਦੀ, ਵਿਕਾਰਾਂ ਦੀ ਤਪਸ਼ ਨਹੀਂ ਮਿਟਦੀ। ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸ਼ੀਤਲ ਦਾ ਮਤਲਬ ਠੰਡਾ, ਸ਼ਾਂਤ। ਜਪੰਦੜੋ ਦਾ ਮਤਲਬ ਜਪਿਆ, ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਹਰ ਨਾਮ ਦਾ ਮਤਲਬ ਰੱਬੀ ਸਿਫਤ ਸਲਾਹ। ਕਿ ਜੇ ਰੱਬੀ ਸਿਫਤ ਸਲਾਹ ਕੀਤੀ ਜਾਏ, ਮਨ ਬਚਨ ਕਰਮ ਕਰਕੇ ਰੱਬੀ ਗੁਣਾ ਦੇ ਧਾਰਨੀ ਹੋਇਆ ਜਾਏ, ਤਾਂ ਮਨ ਸ਼ਾਂਤ ਹੋ ਜਾਂਦਾ ਹੈ। ਫਿਰ ਭਾਵੇਂ ਹਾੜ ਦਾ ਮਹੀਨਾ ਵੀ ਹੋਵੇ, ਮਨ ਸ਼ਾਂਤ ਹੋਏਗਾ। ਭਾਵੇਂ ਲੂ ਚੱਲਦੀ ਹੋਵੇ, ਮਨ ਸ਼ਾਂਤ ਹੋਏਗਾ, ਮਨ ਠੰਡਾ ਹੋਏਗਾ। ਬੇਸ਼ੱਕ ਬਾਹਰ ਗਰਮੀ ਹੋਵੇ, ਬਾਹਰ ਗਰਮੀ ਸਾੜ ਰਹੀ ਹੋਵੇ, ਲੂ ਪਰੇਸ਼ਾਨ ਕਰ ਰਹੀ ਹੋਵੇ, ਲੂਆਂ ਵਗ ਰਹੀਆਂ ਹੋਣ, ਲੇਕਿਨ ਜੇ ਮਨ ਦੇ ਅੰਦਰ, ਮੈਂਟੈਲਿਟੀ ਦੇ ਅੰਦਰ, ਸੋਚ ਦੇ ਅੰਦਰ ਰੱਬੀ ਗੁਣ ਨੇ ਨਾ, ਤਾਂ ਮਨ ਠੰਡਾ ਠਾਰ ਹੋਏਗਾ, ਮਨ ਸ਼ਾਂਤ ਹੋਏਗਾ। ਇਸ ਲਈ ਮਨ ਦੀ ਸ਼ਾਂਤੀ ਰੱਬੀ ਗੁਣਾ ਕਰਕੇ ਹੈ। ਮਨ ਦੀ ਸ਼ਾਂਤੀ ਬਾਹਰੀ ਕਰਮਾਂ ਕਰਕੇ ਨਹੀਂ ਹੈ, ਮਨ ਦੀ ਸ਼ਾਂਤੀ ਗੁਣਾ ਕਰਕੇ ਹੈ। ਜੇ ਜ਼ਿੰਦਗੀ ਦੇ ਅੰਦਰ ਗੁਣਾ ਨੂੰ ਬੇਸ ਬਣਾ ਕੇ ਕਰਮ ਕਰਾਂਗੇ ਤਾਂ ਮਨ ਸ਼ਾਂਤ ਰਹਿ ਸਕਦਾ ਹੈ। ਪੌੜੀ। ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਓਟ ਦਾ ਮਤਲਬ ਆਸਰਾ, ਸਗਲ ਦਾ ਮਤਲਬ ਸਾਰੇ, ਜਨ ਦਾ ਮਤਲਬ ਮਨੁੱਖ, ਕਮਲ ਦਾ ਮਤਲਬ ਕੌਲ ਫੁੱਲ। ਚਰਨ ਕਮਲ ਦਾ ਮਤਲਬ ਕੌਲ ਵਰਗੇ ਸੋਹਣੇ ਫੁੱਲ, ਸੋਹਣੇ ਚਰਨ। ਤਾਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਨੇ। ਕੋਈ ਵੀ ਹੈ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੁੱਧੀ, ਪਾਰਸੀ, ਕੋਈ ਵੀ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਅਮੀਰ, ਗਰੀਬ, ਪੜ੍ਹੇ, ਅਨਪੜ੍ਹ, ਰਾਜਾ, ਪ੍ਰਜਾ, ਸਾਰੇ ਜੋ ਰੱਬੀ ਗੁਣਾਂ ਦਾ ਆਸਰਾ ਲੈਂਦੇ ਨੇ, ਉਹ ਤਪਸ਼ ਤੋਂ ਬਚ ਜਾਂਦੇ ਨੇ। ਉਹਨਾਂ ਦਾ ਮਨ ਠੰਡਾ ਠਾਰ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਸ਼ੀਤਲਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਫਿਰ ਤਪਸ਼ ਨਹੀਂ ਰਹਿੰਦੀ, ਜਦੋਂ ਬੰਦਾ ਰੱਬੀ ਗੁਣਾਂ ਦਾ ਸਹਾਰਾ ਲੈਂਦਾ ਹੈ। ਔਰ ਹਕੀਕਤ ਹੈ, ਤੁਸੀਂ ਘਰ ਪਰਿਵਾਰਾਂ ਵਿੱਚ ਵੇਖ ਲਓ, ਆਮ ਸਮਾਜ ਦੇ ਅੰਦਰ ਦੇਖ ਲਓ, ਜਦੋਂ ਤੱਕ ਸਾਡੇ ਅੰਦਰ ਸ਼ੁਭ ਗੁਣ ਨੇ ਨਾ, ਸੱਚਾਈ ਹੈ, ਦਇਆ ਹੈ, ਪਿਆਰ ਹੈ, ਉਦੋਂ ਤੱਕ ਅਸੀਂ ਬਿਲਕੁਲ ਸ਼ਾਂਤ ਹਾਂ। ਤੇ ਘਰ ਦੇ ਅੰਦਰ ਸ਼ਾਂਤੀ ਵਰਤੀ ਹੋਈ ਹੈ, ਹਾਸੇ ਖੇਡੇ ਦੇ ਨਾਲ ਅਸੀਂ ਜ਼ਿੰਦਗੀ ਬਿਤਾ ਰਹੇ ਹਾਂ,
ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਹਾਂ, ਪਰ ਕੋਈ ਘਰ ਦਾ ਜੀ ਥੋੜਾ ਜਿਹਾ ਕਿਸੇ ਚੀਜ਼ ਤੋਂ ਗੁੱਸਾ ਕਰ ਜਾਏ ਔਰ ਕ੍ਰੋਧ ਦੇ ਨਾਲ ਬੋਲ ਪਏ ਤਾਂ ਉਹਦੇ ਮਨ ਦੀ ਸ਼ਾਂਤੀ ਖਤਮ ਹੋ ਗਈ ਨਾ। ਕਿਉਂ? ਕਿਉਂਕਿ ਉਹ ਗੁਣ ਨਾਲੋਂ ਟੁੱਟ ਗਿਆ ਹੈ, ਨਿਮਰਤਾ ਨਾਲੋਂ ਟੁੱਟ ਗਿਆ ਹੈ, ਅੰਦਰ ਕ੍ਰੋਧ ਪੈਦਾ ਹੋ ਗਿਆ ਹੈ, ਤੇ ਦੂਜਿਆਂ ਦੇ ਅੰਦਰ ਵੀ ਕ੍ਰੋਧ ਪੈਦਾ ਹੋ ਜਾਏ ਤੇ ਫਿਰ ਲੜਾਈ ਦੰਗਾ ਸ਼ੁਰੂ ਹੋ ਜਾਂਦਾ ਨਾ, ਸ਼ਾਂਤੀ ਖਤਮ ਹੋ ਗਈ। ਕਿਉਂ? ਕਿਉਂਕਿ ਹੁਣ ਅਸੀਂ ਗੁਣਾਂ ਨਾਲੋਂ ਟੁੱਟ ਗਏ ਹਾਂ। ਜਦੋਂ ਤੱਕ ਸੁਰਤ ਸੋਚ ਗੁਣਾਂ ਨਾਲ ਜੁੜੀ ਹੈ ਉਦੋਂ ਤੱਕ ਅੰਦਰ ਸ਼ਾਂਤੀ ਹੈ। ਜਦੋਂ ਵੀ ਸੱਚ ਨਾਲੋਂ ਗੁਣਾਂ ਨਾਲੋਂ ਟੁੱਟੋਗੇ ਅਸ਼ਾਂਤੀ ਵਰਤੇਗੀ। ਜੇ ਪਲ ਪਰ ਵਾਸਤੇ ਸ਼ੁਭ ਗੁਣਾਂ ਨਾਲ ਜੁੜਿਆ, ਪ੍ਰੇਮ ਨਾਲ ਜੁੜਿਆ ਸ਼ਾਂਤੀ ਰਹਿ ਸਕਦੀ ਹੈ ਤਾਂ ਸਾਰੀ ਜ਼ਿੰਦਗੀ ਵੀ ਬਣੀ ਰਹੇਗੀ। ਤੇ ਜੇ ਪਲ ਪਰ ਦੇ ਕ੍ਰੋਧ ਕਰਕੇ ਅਸ਼ਾਂਤੀ ਪੈਦਾ ਹੁੰਦੀ ਹੈ, ਸਾਰੀ ਜ਼ਿੰਦਗੀ ਵਿਕਾਰ ਕਮਾਓਗੇ, ਸਾਰਾ ਜੀਵਨ ਅਸ਼ਾਂਤ ਹੋ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਪ੍ਰਭੂ ਦੇ ਚਰਨ ਕਮਲਾਂ ਦੀ ਓਟ ਲੈ ਕੇ, ਰੱਬੀ ਗੁਣਾਂ ਦਾ ਆਸਰਾ ਲੈ ਕੇ ਸਾਰੇ ਹੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਨੇ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ। ਪ੍ਰਤਾਪ ਦਾ ਮਤਲਬ ਵਡਿਆਈ। ਗੋਵਿੰਦ ਦੀ ਵਡਿਆਈ ਸੁਣ ਕੇ ਮਨ ਨਿਡਰ ਹੋ ਜਾਂਦਾ, ਮਨ ਚੋਂ ਤੌਖਲਾ ਮਿਟ ਜਾਂਦਾ। ਜੇ ਅਸੀਂ ਗੋਵਿੰਦ ਦੀ ਵਡਿਆਈ ਸੁਣੀ, ਤੌਖਲਾ ਮਿਟ ਜਾਂਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਦੇਖੋ, ਅਸੀਂ ਕੀ ਸੁਣਦੇ ਹਾਂ? ਅਸੀਂ ਇਹੀ ਸੁਣਦੇ ਹਾਂ, ਸਾਨੂੰ ਇਹੀ ਸੁਣਾਇਆ ਜਾਂਦਾ ਹੈ ਔਰ ਅਸੀਂ ਇਹੀ ਬੋਲਦੇ ਹਾਂ ਕਿ ਇਹ ਦੁਨੀਆ ਬਹੁਤ ਬੁਰੀ ਹੈ, ਇੱਥੇ ਕੋਈ ਕਿਸੇ ਦਾ ਨਹੀਂ, ਇੱਥੇ ਪਾਪ ਨੇ, ਇੱਥੇ ਅਪਰਾਧ ਨੇ, ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ। ਦੂਜਾ, ਸਾਡੇ ਕੋਲ ਆਣ ਕੇ ਕਿਸੇ ਦੀ ਕੋਈ ਨਿੰਦਿਆ ਚੁਗਲੀ ਕਰਦਾ ਹੈ, ਅਸੀਂ ਉਹ ਸੁਣਦੇ ਹਾਂ। ਤੀਜਾ, ਅਸੀਂ ਵਿਸ਼ੇ ਵਿਕਾਰਾਂ ਦੀਆਂ, ਪਾਪਾਂ ਅਪਰਾਧਾਂ ਦੀਆਂ ਗੱਲਾਂ ਸੁਣਦੇ ਹਾਂ। ਤਾਂ ਐਸੀਆਂ ਗੱਲਾਂ ਸੁਣ ਕੇ ਔਰ ਕਰਕੇ ਕਿ ਕੀ ਨਿਰਭੈਤਾ ਵਾਲੀ ਜ਼ਿੰਦਗੀ ਬੰਦਾ ਜੀ ਸਕਦਾ ਹੈ? ਕਦੇ ਵੀ ਨਹੀਂ। ਅੰਦਰ ਡਰ ਬੈਠੇਗਾ, ਅੰਦਰ ਡਰ ਪੈਦਾ ਹੋਏਗਾ, ਬੰਦਾ ਸ਼ਿਕਾਰ ਹੋ ਜਾਏਗਾ ਮਾਨਸਿਕ ਰੋਗਾਂ ਦਾ, ਨੈਗੇਟਿਵ ਸੁਣ ਸੁਣ ਕੇ। ਤੇ ਜੇ ਅਸੀਂ ਪੋਜ਼ਿਟਿਵ ਸੁਣੀਏ ਕਿ ਇਹ ਸੰਸਾਰ ਜਿਹੜਾ ਹੈ ਰੱਬ ਦਾ ਰੂਪ ਹੈ, ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਜੇ ਅਸੀਂ ਪੋਜ਼ਿਟਿਵ ਬੋਲੀਏ, ਸੁਣੀਏ ਕਿ ਨਾ ਕੋ ਮੇਰਾ ਦੁਸ਼ਮਨ ਰਿਹਾ, ਨਾ ਹਮ ਕਿਸਕੇ ਬਹਿਰਾਈ। ਜੇ ਅਸੀਂ ਪੋਜ਼ਿਟਿਵ ਸੁਣੀਏ ਕਿ ਅਸੀਂ ਅਵਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ, ਜਿਹੜਾ ਵੀ ਗੁਣਾਂ ਦਾ ਧਾਰਨੀ ਹੋਵੇਗਾ ਉਹ ਸੁਖੀ ਔਰ ਸ਼ਾਂਤ ਹੋਏਗਾ। ਔਰ ਜੇ ਰੱਬੀ ਰਜਾ ਬਾਰੇ ਸੁਣੀਏ ਕਿ ਰੱਬੀ ਰਜਾ ਦੇ ਅੰਦਰ ਤੁਰਿਆ ਸ਼ਾਂਤੀ ਆ ਸਕਦੀ ਹੈ, ਤੇ ਫਿਰ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੀਏ ਤਾਂ ਸਾਡੇ ਮਨ ਦੇ ਅੰਦਰ ਵੀ ਢਾਰਸ ਵਧੇਗੀ, ਸਾਡੇ ਮਨ ਦੇ ਅੰਦਰੋਂ ਭੈ ਖਤਮ ਹੋਏਗਾ, ਸਾਡੇ ਅੰਦਰ ਹੌਸਲਾ ਪੈਦਾ ਹੋਏਗਾ ਕਿ ਅਸੀਂ ਐਸੀ ਜ਼ਿੰਦਗੀ ਜੀ ਸਕਦੇ ਹਾਂ। ਤਾਂ ਰੱਬੀ ਗੁਣਾਂ ਨੂੰ ਸੁਣ ਕੇ, ਰੱਬੀ ਗੁਣਾਂ ਦੇ ਪ੍ਰਤਾਪ ਨੂੰ, ਵਡਿਆਈ ਨੂੰ ਸੁਣ ਕੇ ਬੰਦੇ ਦੇ ਮਨ ਦੇ ਅੰਦਰ ਨਿਰਭੈਤਾ ਆਉਂਦੀ ਹੈ ਔਰ ਉਹ ਇਹਨਾਂ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਂਦਾ ਹੈ ਔਰ ਇਹਨਾਂ ਵਿਕਾਰਾਂ ਨੂੰ ਪਰਾਸਤ ਕਰਕੇ ਗੁਣਾਂ ਦਾ ਧਾਰਨੀ ਹੋ ਜਾਂਦਾ। ਟੋਟ ਨ ਆਵੇ ਮੂਲ ਸੰਚਿਆ ਨਾਮ ਤਨ। ਜੋ ਪ੍ਰਭੂ ਦੇ ਨਾਮ ਧਨ ਨੂੰ ਇਕੱਠਾ ਕਰਦੇ ਨੇ, ਨਾਮ ਧਨ ਦਾ ਮਤਲਬ ਗੁਣਾਂ ਦਾ ਖਜ਼ਾਨਾ। ਗੁਣ ਨਿਧਾਨ ਭਗਤਨ ਕੋ ਬਰਤਨ। ਨਿਧਾਨ ਦਾ ਮਤਲਬ ਖਜ਼ਾਨਾ, ਗੁਣ ਨਿਧਾਨ ਦਾ ਮਤਲਬ ਗੁਣਾਂ ਦਾ ਖਜ਼ਾਨਾ। ਪ੍ਰਭੂ ਗੁਣਾਂ ਦਾ ਇੱਕ ਖਜ਼ਾਨਾ ਹੈ, ਗੁਣਾਂ ਦਾ ਇੱਕ ਮੁਜੱਸਮਾ ਹੈ। ਤੇ ਜਿਨ੍ਹਾਂ ਨੇ ਵੀ ਗੁਣਾਂ ਦਾ ਖਜ਼ਾਨਾ ਇਕੱਠਾ ਕੀਤਾ, ਟੋਟ ਨਾ ਆਵੇ ਮੂਲ। ਮੂਲ ਦਾ ਮਤਲਬ ਮੂਲੋਂ, ਕਦੇ ਵੀ ਉਹਨਾਂ ਦੇ ਜੀਵਨ ਦੇ ਅੰਦਰ ਕਦੇ ਵੀ ਘਾਟਾ ਨਹੀਂ ਪੈਂਦਾ, ਉਹਨਾਂ ਦੇ ਜੀਵਨ ਵਿੱਚ ਕਦੇ ਘਾਟਾ ਨਹੀਂ ਹੁੰਦਾ, ਸੁੱਖਾਂ ਦਾ, ਸੁੱਖ ਦਾ, ਸ਼ਾਂਤੀ ਦਾ, ਆਨੰਦ ਦਾ, ਪ੍ਰਸੰਨਤਾ ਦਾ। ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਇਕੱਠਿਆਂ ਕੀਤਾ ਹੈ, ਉਹਨਾਂ ਦੇ ਜੀਵਨ ਵਿੱਚ ਕਦੇ ਘਾਟਾ ਨਹੀਂ ਹੁੰਦਾ ਵੀ ਇਹਨਾਂ ਨੇ ਘਾਟੇਵੰਦ ਦਾ ਕੰਮ ਕਰ ਲਿਆ। ਕਦੇ ਵੀ ਐਸਾ ਨਹੀਂ ਹੁੰਦਾ, ਕਦੇ ਵੀ ਉਹਨਾਂ ਦੇ ਜੀਵਨ ਵਿੱਚ ਪਛਤਾਵਾ ਨਹੀਂ ਹੁੰਦਾ। ਜਿਨ੍ਹਾਂ ਨੇ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣਾਂ ਨੂੰ ਮਨ, ਬਚਨ, ਕਰਮ ਕਰਕੇ ਇੰਪਲੀਮੈਂਟ ਕੀਤਾ ਹੋਵੇ, ਉਹਨਾਂ ਦੇ ਜੀਵਨ ਵਿੱਚ ਘਾਟਾ ਨਹੀਂ ਹੈ, ਉਹਨਾਂ ਦੇ ਜੀਵਨ ਵਿੱਚ ਪਛਤਾਵਾ ਨਹੀਂ ਹੁੰਦਾ। ਸੰਤ ਜਨਾਂ ਸਿਉ ਸੰਗ ਪਾਈਏ ਵੱਡੇ ਪੁੰਨ। ਵੱਡੇ ਪੁੰਨ ਦਾ ਮਤਲਬ ਚੰਗੇ ਭਾਗਾਂ ਕਰਕੇ, ਉਦਮ ਦੇ ਨਾਲ, ਚੰਗਿਆਈਆਂ ਕਰਕੇ। ਸੰਤ ਜਨਾਂ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ, ਜੋ ਐਸੀ ਜ਼ਿੰਦਗੀ ਜੀ ਰਹੇ ਨੇ ਜਿਨ੍ਹਾਂ ਬਾਰੇ ਪਿਛਲੀਆਂ ਸ਼ਲੋਕਾਂ ਔਰ ਪੌੜੀਆਂ ਵਿੱਚ ਵਿਚਾਰ ਕੀਤੀ ਹੈ, ਜਿਨ੍ਹਾਂ ਨੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਅਪਣਾਈ ਹੈ, ਜੋ ਆਪਣੇ ਭਾਣੇ ਨੂੰ ਛੱਡ ਕੇ, ਆਪਣੀ ਮੱਤ ਨੂੰ ਛੱਡ ਕੇ ਰੱਬੀ ਭਾਣਾ ਵਿੱਚ ਤੁਰਦੇ ਨੇ, ਜੋ ਅਵਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਧਾਰਨੀ ਹੋਏ ਨੇ, ਪ੍ਰਭੂ ਦੇ ਨਾਲ ਜਿਨ੍ਹਾਂ ਨੇ ਪ੍ਰੀਤ ਪਾਈ ਹੈ। ਐਸੇ ਪਿਆਰਿਆਂ ਦਾ ਜਿਹੜਾ ਸੰਗ ਹੈ ਉਹ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਨ੍ਹਾਂ ਦੇ ਅੰਦਰ ਸ਼ੁਭ ਲੇਖ ਲਿਖੇ ਹੁੰਦੇ ਨੇ,
ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਹੁੰਦੇ ਨੇ, ਉਹਨਾਂ ਨੂੰ ਐਸੇ ਪਿਆਰਿਆਂ ਦਾ ਸੰਗ ਜਿਹੜਾ ਹੈ ਮਿਲ ਜਾਂਦਾ ਹੈ। ਕਿਉਂਕਿ ਅੰਦਰ ਸੁਭਾਅ ਹੈ ਨਾ, ਜੇ ਕੋਈ ਅੰਦਰ ਬੀਜ ਪਿਆ ਹੋਏਗਾ ਕਿਤੇ ਕਿ ਚੰਗੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਉਹ ਬੀਜ, ਉਹ ਸੰਸਕਾਰ ਆਪਣਾ ਪ੍ਰਭਾਵ ਪਾਏਗਾ, ਉਹ ਸਾਨੂੰ ਸਿਗਨਲ ਅੰਦਰੋਂ ਮਿਲੇਗਾ ਤੇ ਅਸੀਂ ਪਿਆਰਿਆਂ ਦੀ ਸੰਗਤ ਅੰਦਰ ਚਲੇ ਜਾਵਾਂਗੇ। ਤੇ ਜਿਨ੍ਹਾਂ ਦੇ ਅੰਦਰ ਸੰਸਕਾਰ ਹੀ ਬੁਰੇ ਨੇ, ਉਹਨਾਂ ਦੇ ਅੰਦਰੋਂ ਬੁਰੇ ਸੰਸਕਾਰ ਹੀ ਪੈਦਾ ਹੁੰਦੇ ਰਹਿਣਗੇ, ਤਾਂ ਉਹ ਬੁਰਿਆਂ ਦੀ ਸੰਗਤ ਵਿੱਚ ਚਲੇ ਜਾਣਗੇ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸੰਸਕਾਰ ਲਿਖੇ ਨੇ ਸ਼ੁਭ, ਉਹ ਜਿਹੜੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਰਲਦੇ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੋ ਰੱਬ ਦੇ ਪਿਆਰੇ ਨੇ, ਅੱਠੇ ਪਹਿਰ, ਧਿਆਏ ਦਾ ਮਤਲਬ ਧਿਆਉਂਦੇ ਨੇ, ਆਪਣੇ ਧਿਆਨ ਵਿੱਚ ਰੱਖਦੇ ਨੇ। ਅੱਠੇ ਪਹਿਰ ਰੱਬੀ ਗੁਣਾਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਨੇ। ਉਹਨਾਂ ਦੇ ਧਿਆਨ ਚੋਂ, ਉਹਨਾਂ ਦੀ ਸੁਰਤ ਚੋਂ ਇੱਕ ਪਲ ਵਾਸਤੇ ਵੀ ਰੱਬੀ ਗੁਣ ਇਧਰ ਉਧਰ ਨਹੀਂ ਹੁੰਦੇ। ਹਰ ਜਸ ਨਿਤ ਸੁਣ, ਤੇ ਨਿਤ ਹੀ ਉਹ ਰੱਬੀ ਗੁਣਾਂ ਨੂੰ ਸੁਣਦੇ ਨੇ। ਉਹਨਾਂ ਦੇ ਧਿਆਨ ਵਿੱਚ, ਉਹਨਾਂ ਦੀ ਸੁਰਤ ਵਿੱਚ ਵੀ ਰੱਬੀ ਗੁਣ ਨੇ, ਔਰ ਜਿਹੜੇ ਗੱਲਬਾਤ ਸੁਣਦੇ ਨੇ ਉਹ ਵੀ ਰੱਬ ਦੀ ਸਿਫਤ ਸਲਾਹ ਬਾਰੇ ਹੀ ਸੁਣਦੇ ਨੇ, ਔਰ ਜੋ ਬੋਲਦੇ ਨੇ ਉਹ ਵੀ ਰੱਬੀ ਗੁਣਾਂ ਬਾਰੇ ਬੋਲਦੇ ਨੇ, ਕਿਉਂਕਿ ਉਹਨਾਂ ਦੇ ਕੋਲ ਨਾਮ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ। ਅੱਠੇ ਪਹਿਰ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਹੈ ਕਿ ਮੈਂ ਸੱਚ ਦੇ ਰਾਹ ਦਾ ਪਾਂਧੀ ਹਾਂ। ਉਹ ਸੱਚ, ਦਇਆ, ਧਰਮ ਦੇ ਪਾਂਧੀ ਬਣੇ ਰਹਿੰਦੇ ਨੇ, ਔਰ ਸੱਚ, ਦਇਆ, ਧਰਮ, ਧੀਰਜ ਦੀ ਹੀ ਉਹ ਗੱਲ ਸੁਣਦੇ ਨੇ, ਵਿਕਾਸ ਦੀ ਹੀ ਗੱਲ ਸੁਣਦੇ ਨੇ। ਉਹ ਨਿੰਦਾ, ਚੁਗਲੀ, ਝੂਠ, ਫਰੇਬ ਨਹੀਂ ਸੁਣਦੇ। ਸ਼ਲੋਕ, ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਇਹਨੂੰ ਕਰਨੰਗ ਨਹੀਂ ਬੋਲਣਾ, ਗੱਗਾ ਨਹੀਂ ਬੋਲਣਾ, ਨੰਗਾ ਬੋਲਣਾ ਹੈ। ਕਰਨੰ ਜਿਵੇਂ ਸੈਭੰ ਬੋਲੀ ਦਾ ਨਾ, ਐਵੇਂ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਕੀਰਤਨ ਹੈ ਦਾ ਮਤਲਬ ਸਿਫਤ ਸਲਾਹ, ਵਡਿਆਈ। ਜੇ ਮਨੁੱਖ ਦਇਆਲ, ਸਰਬ ਵਿਆਪੀ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਦਇਆ ਕਰਨੰ, ਪ੍ਰਭੂ ਉਹਨਾਂ ਤੇ ਦਇਆ ਕਰਦਾ ਹੈ। ਦੁੱਖ ਹਰਣੰ, ਉਹਨਾਂ ਦੇ ਦੁੱਖ ਹਰ ਲੈਂਦਾ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ। ਤਾਂ ਦਇਆਲੂ ਪ੍ਰਭੂ ਉਹਨਾਂ ਦੇ ਦੁੱਖ ਦੂਰ ਕਰ ਦਿੰਦਾ ਹੈ। ਉਚਰਣੰ ਨਾਮ ਕੀਰਤਨ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਤਾਂ ਇਹਦਾ ਮਤਲਬ ਜੇ ਅਸੀਂ ਪ੍ਰਭੂ ਦੀ ਦਇਆ ਦੇ ਪਾਤਰ ਬਣਨਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਦੁੱਖਾਂ ਨੂੰ ਮਿਟਾਣਾ, ਖਤਮ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਸਾਧਨ ਕੀ ਹੈ? ਉਚਰਣੰ ਨਾਮ ਕੀਰਤਨ ਹੈ, ਰੱਬੀ ਸਿਫਤ ਸਲਾਹ ਕਰਨੀ। ਜੋ ਰੱਬੀ ਗੁਣ ਨੇ, ਮਨ ਬਚਨ ਕਰਮ ਕਰਕੇ ਉਹਨਾਂ ਗੁਣਾਂ ਦੇ ਧਾਰਨੀ ਹੋਣਾ। ਤਾਂ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ, ਰੱਬੀ ਰਜਾ ਦੇ ਵਿੱਚ ਜੋ ਤੁਰਦੇ ਨੇ, ਪ੍ਰਭੂ ਉਹਨਾਂ ਤੇ ਦਇਆ ਕਰਦਾ ਹੈ ਔਰ ਉਹਨਾਂ ਦੇ ਦੁੱਖ ਦੂਰ ਕਰਦਾ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਲਿਪਤ ਦਾ ਮਤਲਬ ਲਿਪਾਏਮਾਨ, ਲਿਬੜਨਾ। ਜਿਨ੍ਹਾਂ ਦੇ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦੀ ਨਿਸ਼ਾਨੀ ਹੈ ਨਾਨਕ ਲਿਪਤ ਨਾ ਮਾਇਆ। ਉਹ ਮਾਇਆ ਵਿੱਚ ਲਿਬੜਦੇ ਨਹੀਂ, ਮਾਇਆ ਤੋਂ ਨਿਰਲੇਪ ਨੇ, ਉਹਨਾਂ ਨੂੰ ਮਾਇਆ ਦੀ ਮੈਲ ਨਹੀਂ ਹੈ। ਤੇ ਮਾਇਆ ਦਾ ਮਤਲਬ ਧਨ ਦੌਲਤ ਨਹੀਂ, ਮਾਇਆ ਦਾ ਮਤਲਬ ਇਸਤਰੀ ਨਹੀਂ। ਮਾਇਆ ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ। ਮਾਇਆ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਮਾਇਆ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਉਹ ਸੋਚ ਜੋ ਸਾਡੇ ਅੰਦਰ ਵਿਕਾਰ ਪੈਦਾ ਕਰਦੀ ਹੈ, ਉਹ ਸੋਚ ਮਾਇਆ ਹੈ। ਤੇ ਇਸ ਸੋਚ ਦੇ ਨਾਲ ਬੰਦਾ ਲਿਬੜਿਆ ਹੋਇਆ ਹੈ। ਤੇ ਜਿਹੜਾ ਬੰਦਾ ਇਸ ਸੋਚ ਦੇ ਨਾਲ ਲਿਬੜਿਆ ਹੋਇਆ ਹੈ, ਇਸ ਸੋਚ ਦੇ ਨਾਲ ਘਿਰਿਆ ਹੋਇਆ ਹੈ, ਉਹ ਬੰਦਾ ਕਦੇ ਵੀ ਸਮਾਜ ਦੇ ਵਾਸਤੇ ਭਲਾ ਨਹੀਂ ਕਰ ਸਕਦਾ। ਉਹ ਕਦੇ ਸੁਖੀ ਸ਼ਾਂਤ ਨਹੀਂ ਹੋ ਸਕਦਾ। ਐਸੀ ਸੋਚ ਜਿਹੜੀ ਬਿਆਨ ਕੀਤੀ ਹੈ, ਉਸ ਸੋਚ ਰਾਹੀਂ ਕਦੇ ਸਮਾਜ ਦੇ ਅੰਦਰ ਸੁਖ ਸ਼ਾਂਤੀ ਨਹੀਂ ਆ ਸਕਦੀ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ, ਪ੍ਰਭੂ ਉਹਨਾਂ ਦੇ ਦੁੱਖ ਦੂਰ ਕਰਦਾ ਹੈ ਔਰ ਇਸ ਮਾਇਆ ਵਾਲੀ ਸੋਚ ਤੋਂ ਨਿਰਲੇਪ ਹੋ ਜਾਂਦੇ ਨੇ। ਇਸ ਸੋਚ ਤੋਂ ਨਿਰਲੇਪ ਸਿਰਫ ਰੱਬੀ ਰਜਾ ਔਰ ਰੱਬੀ ਗੁਣਾਂ ਦੇ ਵਿੱਚ ਦੇ ਧਾਰਨੀ ਹੋ ਕੇ ਹੀ ਹੋਇਆ ਜਾ ਸਕਦਾ ਹੈ, ਪੋਸੀਬਿਲਿਟੀ ਹੈ। ਪਾਹ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਪਾਹ ਦਾ ਮਤਲਬ ਅੱਗ। ਕਈ ਵੀਰ ਪੈਣਾ ਪਾਹੇ ਪੜਦੇ ਨੇ, ਲੇਕਿਨ ਇਹਦਾ ਸ਼ੁੱਧ ਉਚਾਰਨ ਪਾ ਹੈ।
पर जे कोई पाए भी पढ़दा है तां उहदे विच कोई बहुत वड्डी प्रॉब्लम नहीं है। मतलब कोई ये विवाद वाली गल नहीं। शुद्ध शब्द विद्वान पाह दसदे ने, पाह बलंदड़ी बुझ गई। गल तां अर्थ भाव नूं समझ के उत्ते अमल करन दी है। पाह बलंदड़ी बुझ गई, रखंदड़ो प्रभ आप। रखंदड़ो ਦਾ ਮਤਲਬ ਰਾਖਾ, ਜਿਨ੍ਹਾਂ ਦਾ ਰਾਖਾ ਪ੍ਰਭੂ ਆਪ ਬਣਦਾ ਹੈ। ਯਾਨੀ ਜੋ ਰੱਬੀ ਰਜਾ ਵਿੱਚ ਚਲੇ ਜਾਂਦੇ ਨੇ, ਰੱਬ ਦੀ ਸ਼ਰਨ ਲੈਂਦੇ ਨੇ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਭਾਹ ਬਲੰਦੜੀ ਬੁਝ ਗਈ। ਉਹਨਾਂ ਦੇ ਅੰਦਰ ਜੋ ਆਸਾ, ਤ੍ਰਿਸ਼ਨਾ, ਵੈਰ, ਵਿਰੋਧ, ਮੋਹ, ਹੰਕਾਰ ਦੀ ਅੱਗ ਬਲ ਰਹੀ ਸੀ ਨਾ, ਉਹ ਬੁਝ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਜਿਵੇਂ ਅੱਗ ਤੇ ਪਾਣੀ ਪਾਇਆ, ਅੱਗ ਬੁਝ ਜਾਂਦੀ ਹੈ, ਐਵੇਂ ਝੂਠ ਦੇ ਉੱਤੇ ਸੱਚ ਦਾ ਤਰੌਂਕਾ ਮਾਰਿਆ, ਝੂਠ ਖਤਮ ਹੋ ਜਾਂਦਾ ਹੈ। ਜੈਲਸੀ ਦੇ ਉੱਤੇ ਪ੍ਰੇਮ ਦਾ ਤਰੌਂਕਾ ਮਾਰਿਆ, ਜੈਲਸੀ ਖਤਮ ਹੋ ਜਾਂਦੀ ਹੈ। ਜਿੱਥੇ ਗੁਣ ਆ ਜਾਣ ਉੱਥੋਂ ਔਗਣ ਮਿਟ ਜਾਂਦੇ ਨੇ। ਜਿੱਥੇ ਦੀਵਾ ਜਗ ਜਾਏ ਉੱਥੋਂ ਹਨੇਰਾ ਮੁੱਕ ਜਾਂਦਾ ਹੈ। ਜਿੱਥੇ ਗਿਆਨ ਆ ਜਾਏ ਉੱਥੋਂ ਅਗਿਆਨਤਾ ਮਿਟ ਜਾਂਦੀ ਹੈ। ਜਿੱਥੇ ਨਿਮਰਤਾ ਆ ਜਾਏ ਉੱਥੋਂ ਹੰਕਾਰ ਮਿਟ ਜਾਂਦਾ ਹੈ। ਤਾਂ ਜਿਨ੍ਹਾਂ ਦਾ ਰਾਖਾ ਪ੍ਰਭੂ ਆਪ ਬਣਦਾ ਹੈ, ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਹੈ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਮੇਦਨੀ ਦਾ ਮਤਲਬ ਧਰਤੀ, ਪਰ ਇੱਥੇ ਗੱਲ ਧਰਤੀ ਦੀ ਨਹੀਂ ਹੈ ਸਿਰਫ। ਇੱਥੇ ਮੇਦਨੀ ਦਾ ਮਤਲਬ ਪੂਰੀ ਸ੍ਰਿਸ਼ਟੀ, ਪੂਰਾ ਸੰਸਾਰ, ਅਦਿਸਤਾ ਅਣਦਿਸਤਾ ਜਿੰਨਾ ਵੀ ਬ੍ਰਹਿਮੰਡ ਹੈ, ਜਿੰਨਾ ਵੀ ਅਦਿਸਤਾ ਅਣਦਿਸਤਾ ਜਗਤ ਹੈ, ਇਹਦੀ ਗੱਲ ਕਰ ਰਹੇ ਨੇ। ਮੇਦਨੀ ਦਾ ਮਤਲਬ ਇੱਥੇ ਹੈ ਸ੍ਰਿਸ਼ਟੀ। ਜਿਨ ਦਾ ਮਤਲਬ ਜਿਸ ਨੇ, ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਪੈਦਾ ਕੀਤੀ ਹੈ, ਉਪਾਈ ਹੈ ਆਪਣੇ ਆਪ ਤੋਂ। ਨਾਨਕ ਸੋ ਪ੍ਰਭ ਜਾਪ। ਜਾਪ ਦਾ ਮਤਲਬ ਜਪ, ਜਾਣ, ਸਾਂਝ ਪਾ। ਜਪ ਦਾ ਮਤਲਬ ਹੁੰਦਾ ਜਾਣਨਾ, ਸਾਂਝ ਪਾਣੀ। ਉਹਦੇ ਨਾਲ ਸਾਂਝ ਪਾ, ਜਿਹਨੇ ਸਾਰੀ ਕਾਇਨਾਤ ਪੈਦਾ ਕੀਤੀ ਹੈ, ਉਹਦੇ ਨਾਲ ਸਾਂਝ ਪਾ। ਉਹਦੀ ਰਜਾ ਵਿੱਚ ਤੁਰ, ਉਹਦੀ ਸਿਫਤ ਸਲਾਹ ਕਰ, ਉਹਦੇ ਗੁਣਾਂ ਦੇ ਨਾਲ ਸਾਂਝ ਪਾ। ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਮੁਹੱਬਤ ਹੈ, ਇਹਨਾਂ ਚੀਜ਼ਾਂ ਨਾਲ ਸਾਂਝ ਪਾ। ਔਰ ਇਸ ਸ੍ਰਿਸ਼ਟੀ ਦੇ ਅੰਦਰ ਉਸ ਨੂੰ ਵਸਦਿਆਂ ਵੇਖ, ਹਰ ਇੱਕ ਦੇ ਅੰਦਰ ਉਹਦੀ ਜੋਤ ਨੂੰ ਤੱਕ, ਤੇ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰ। ਪੌੜੀ। ਜਾਂ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਜਾਂ ਦਾ ਮਤਲਬ ਜਦੋਂ, ਨਾ ਵਿਆਪੈ ਦਾ ਮਤਲਬ ਜ਼ੋਰ ਨਹੀਂ ਪਾਉਂਦੀ, ਮਾਇਆ ਦਾ ਮਤਲਬ ਮਾਇਆ। ਜਦੋਂ ਪ੍ਰਭੂ ਮਿਹਰਬਾਨ ਹੁੰਦਾ ਹੈ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ। ਜਦੋਂ ਪ੍ਰਭੂ ਮਿਹਰਬਾਨ ਹੁੰਦਾ ਹੈ ਤਾਂ ਹੁਣ ਸਵਾਲ ਪੈਦਾ ਇਹ ਹੋਏਗਾ ਕਿ ਰੱਬ ਕਦੇ ਕਹਿਰਵਾਨ ਵੀ ਹੁੰਦਾ? ਰੱਬ ਤਾਂ ਹਮੇਸ਼ਾ ਹੀ ਮਿਹਰਬਾਨ ਹੈ, ਕਿਉਂਕਿ ਉਹਦਾ ਤੇ ਨਾਮ ਹੀ ਦਇਆਲ ਹੈ ਨਾ, ਦਇਆਲੂ। ਦਇਆਲ, ਕਿਰਪਾਲ, ਦਇਆ, ਰਹਿਮਤ, ਬਖਸ਼ਿਸ਼, ਹਰ ਵਕਤ ਹੀ ਦਇਆ ਕਰ ਰਿਹਾ ਹੈ। ਹਰ ਵਕਤ ਦਇਆ ਬਰਸ ਰਹੀ ਹੈ। ਚਾਰ ਚੁਫੇਰੇ ਸੁਖ ਸ਼ਾਂਤੀ ਬਰਸ ਰਹੀ ਹੈ। ਅਸੀਂ ਦਇਆ ਤੋਂ ਵਾਂਝੇ ਰਹਿ ਜਾਂਦੇ ਹਾਂ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹ ਕਰਾਇੰਦਾ। ਜੇ ਰੱਬ ਨਜ਼ਰ ਪੁੱਠੀ ਕਰਦੇ ਤਾਂ ਉਹ ਸੁਲਤਾਨਾਂ ਨੂੰ ਵੀ ਕਾਹੀ ਬਣਾ ਦਿੰਦਾ ਹੈ। ਹੁਣ ਨਜ਼ਰ ਉਪੱਠੀ ਕਿਵੇਂ ਹੋ ਜਾਂਦੀ ਹੈ? ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਦਇਆ ਤੋਂ ਵਾਂਝੇ ਕਿਵੇਂ ਰਹਿ ਜਾਂਦੇ ਹਾਂ? ਇੱਕ ਨਿੱਕੀ ਜਿਹੀ ਮਿਸਾਲ ਨਾਲ ਇਹ ਚੀਜ਼ ਸਮਝ ਆ ਜਾਂਦੀ ਹੈ। ਅੱਗੇ ਬਹੁਤ ਵਾਰੀ ਇਹ ਮਿਸਾਲ ਆਪ ਨਾਲ ਸਾਂਝੀ ਕੀਤੀ ਹੈ। ਮਾਨੋ ਦੀਵਾ ਜਗ ਰਿਹਾ ਹੈ। ਦੀਵਾ ਕੀ ਦਿੰਦਾ ਹੈ? ਚਾਨਣਾ। ਦੀਵਾ ਤਾਂ ਚਾਨਣਾ ਦਿੰਦਾ, ਉਹ ਦੇ ਹੀ ਚਾਨਣਾ ਰਿਹਾ। ਦੀਵਾ ਤਾਂ ਹਨੇਰਾ ਦਿੰਦਾ ਹੀ ਨਹੀਂ। ਜਿੱਥੇ ਦੀਵਾ ਹੈ ਉੱਥੇ ਹਨੇਰਾ ਰਹਿ ਹੀ ਨਹੀਂ ਸਕਦਾ। ਦੀਵੇ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੀਵਾ ਵੀ ਕਦੇ ਹਨੇਰਾ ਦਿੰਦਾ ਹੈ। ਲੇਕਿਨ ਇੱਕ ਆਦਮੀ ਕਹਿ ਰਿਹਾ ਕਿ ਹਾਂ ਦਿੰਦਾ ਹੈ। ਮੇਰੇ ਅੱਗੇ ਦੀਵੇ ਨੇ ਹਨੇਰਾ ਕੀਤਾ ਹੈ। ਚਾਰ ਅਸੀਂ ਬੰਦੇ ਬੈਠੇ ਹਾਂ ਪੜ੍ਹਨ ਵਾਸਤੇ, ਬਾਕੀ ਤਿੰਨਾਂ ਨੂੰ ਕਿਤਾਬਾਂ ਤੋਂ ਉਹਦੇ ਅੱਖਰ ਦਿਸ ਰਹੇ ਨੇ, ਮੈਨੂੰ ਨਹੀਂ ਦਿਸ ਰਿਹਾ। ਮੈਨੂੰ ਤੇ ਦੀਵਾ ਚਾਨਣ ਦੇ ਹੀ ਨਹੀਂ ਰਿਹਾ। ਮੇਰੇ ਤੇ ਦੀਵੇ ਨੇ ਦਇਆ ਕੀਤੀ ਨਹੀਂ। ਤਾਂ ਵੇਖਣ ਵਾਲੇ ਨੇ ਆਣ ਕੇ ਕਿਹਾ, ਭਲਿਆ ਦੀਵਾ ਚਾਨਣ ਹੀ ਦੇ ਰਿਹਾ ਹੈ, ਤੂੰ ਦੀਵੇ ਵਾਲੇ ਪਾਸੇ ਪਿੱਠ ਕਰਕੇ ਬੈਠਾ ਹੈ, ਇਸ ਕਰਕੇ ਤੇਰੇ ਅੱਗੇ ਹਨੇਰਾ ਹੈ। ਦੋਸ਼ ਦੀਵੇ ਦਾ ਨਹੀਂ ਹੈ, ਤੂੰ ਪਿੱਠ ਕੀਤੀ ਹੋਈ ਹੈ। ਰੱਬ ਦੀ ਨਜ਼ਰ ਹਮੇਸ਼ਾ ਸਵੱਲੀ ਹੁੰਦੀ ਹੈ, ਪਰ ਅਸੀਂ ਜਦੋਂ ਰੱਬ ਤੋਂ ਬੇਮੁਖ ਹੋ ਜਾਂਦੇ ਹਾਂ, ਮੂੰਹ ਮੋੜ ਲੈਂਦੇ ਹਾਂ, ਉਦੋਂ ਨਜ਼ਰ ਪੁੱਠੀ ਹੋ ਗਈ ਨਾ, ਆਪੇ ਹੋ ਗਈ ਨਾ। ਕਾਦੇ ਕਰਕੇ ਹੋਈ? ਕਿਉਂਕਿ ਅਸੀਂ ਰਜ਼ਾ ਤੋਂ ਉਲਟ ਚੱਲੇ, ਅਸੀਂ ਦੀਵੇ ਵੱਲ ਪਿੱਠ ਕਰ ਲਈ। ਇਸ ਲਈ ਦਇਆ ਹਰ ਵਕਤ ਬਰਸ ਰਹੀ ਹੈ। ਦੇਖੋ, ਕੋਈ ਐਸਾ ਟਾਈਮ ਹੈ
ਕਿ ਜਦੋਂ ਅਸੀਂ ਸੱਚ ਨਹੀਂ ਬੋਲ ਸਕਦੇ, ਪਿਆਰ ਨਹੀਂ ਕਰ ਸਕਦੇ, ਨਿਰਭੈਤਾ ਨਹੀਂ ਵਰਤ ਸਕਦੇ, ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਵਰਤ ਸਕਦੇ, ਜਾਂ ਕੋਈ ਇਨਸਾਨ ਐਸਾ ਹੈ ਜਿਹਦੇ ਅੰਦਰ ਇਹ ਗੁਣ ਨਹੀਂ, ਸਚਾਈ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ ਆਦਿ ਕੇ ਗੁਣ ਨਾ ਹੋਣ, ਦੁਨੀਆ 'ਚ ਇੱਕ ਵੀ ਐਸਾ ਬੰਦਾ ਕੋਈ ਹੈ? ਜਾਂ ਦੁਨੀਆ ਦੇ ਵਿੱਚ ਕੋਈ ਟਾਈਮ ਐਸਾ ਹੈ ਕਿ ਜਿਸ ਟਾਈਮ ਅਸੀਂ ਸਤ, ਸੰਤੋਖ, ਦਇਆ, ਧਰਮ ਨੂੰ ਨਹੀਂ ਵਰਤ ਸਕਦੇ? ਜਾਂ ਦੁਨੀਆ ਵਿੱਚ ਕੋਈ ਐਸੀ ਜਗ੍ਹਾ ਹੈ ਜਿਸ ਜਗ੍ਹਾ ਤੇ ਇਹ ਚੀਜ਼ਾਂ ਨਹੀਂ ਵਰਤੀਆਂ ਜਾ ਸਕਦੀਆਂ? ਤਾਂ ਹਰ ਸਮੇਂ, ਹਰ ਥਾਂ, ਹਰ ਵਿਅਕਤੀ ਦੇ ਅੰਦਰ ਇਹ ਗੁਣ ਮੌਜੂਦ ਨੇ। ਤਾਂ ਅਸੀਂ ਆਪ ਹੀ ਦਇਆ ਦੇ ਪਾਤਰ ਨਹੀਂ ਬਣਦੇ। ਬਰਸਾਤ ਬਰਸ ਰਹੀ ਹੈ ਨਾ, ਤਾਂ ਕਿਸੇ ਨੇ ਆਪਣੀਆਂ ਅੱਖਾਂ ਦੇ ਉੱਤੇ ਹੱਥ ਇਸ ਤਰ੍ਹਾਂ ਕਰ ਲਿਆ ਹੈ, ਉਹਦੇ ਤੇ ਬਰਸਾਤ ਨਹੀਂ ਪੈ ਰਹੀ, ਦੂਜੇ ਨੇ ਤਲੀ ਉਤਾਂ ਨੂੰ ਕਰ ਲਈ ਹੈ, ਉਹਦੀ ਚੁਲੀ ਭਰੀ ਗਈ ਹੈ। ਤਾਂ ਜ਼ਰੂਰਤ ਤਾਂ ਇਹਨਾਂ ਚੀਜ਼ਾਂ ਨੂੰ ਵਰਤਣ ਦੀ ਹੈ, ਦਇਆ ਦੇ ਪਾਤਰ ਬਣਨ ਦੀ ਹੈ। ਰੱਬ ਹਮੇਸ਼ਾ ਹੀ ਦਇਆ ਕਰਦਾ ਹੈ। ਇੱਥੇ ਚਾਰ ਚੁਫੇਰੇ ਖੁਸ਼ੀਆਂ ਬਰਸ ਰਹੀਆਂ ਨੇ, ਗੁਣ ਬਰਸ ਰਹੇ ਨੇ, ਸਿਰਫ ਅਸੀਂ ਦਇਆ ਦੇ ਪਾਤਰ ਬਣਨਾ ਹੈ। ਤਾਂ ਜਦੋਂ ਮਾਲਕ ਦਇਆਵਾਨ ਹੁੰਦਾ ਹੈ, ਭਾਵ ਅਸੀਂ ਉਹਦੀ, ਪ੍ਰਭੂ ਦੀ ਦਇਆ ਦੇ ਪਾਤਰ ਬਣਦੇ ਆ, ਉਦੋਂ ਫਿਰ ਮਾਇਆ ਨਹੀਂ ਵਿਆਪਦੀ, ਮਾਇਆ ਵਾਲੀ ਸੋਚ ਨਹੀਂ ਵਿਆਪਦੀ, ਉਦੋਂ ਵਿਕਾਰ ਸਾਡੇ ਤੇ ਪ੍ਰਭਾਵ ਨਹੀਂ ਪਾਉਂਦੇ, ਉਦੋਂ ਮੋਹ ਸਾਡੇ ਤੇ ਪ੍ਰਭਾਵ ਨਹੀਂ ਪਾਉਂਦਾ। ਕੋਟ ਅਗਾਂਹ ਗਏ ਨਾਸ, ਹਰ ਇੱਕ ਧਿਆਇਆ। ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ, ਅਗਾਂਹ ਦਾ ਮਤਲਬ ਪਾਪ, ਕੋਟ ਅਗਾਂਹ ਕਰੋੜਾਂ ਪਾਪ। ਜਿਨਨੇ ਵੀ ਇੱਕ ਨੂੰ ਧਿਆਨ ਵਿੱਚ ਵਸਾਇਆ, ਜਿਨਨੇ ਇੱਕ ਦੇ ਗੁਣ ਗਾਏ, ਉਹਦੇ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਨੇ। ਧਿਆਨ ਵਿੱਚ ਵਸਾਇਆ, ਸੁਰਤ ਵਿੱਚ ਵਸਾਇਆ, ਮੈਂਟੈਲਿਟੀ ਦੇ ਅੰਦਰ ਵਸਾਇਆ। ਜੋ ਇੱਕ ਨੂੰ ਆਪਣੇ ਧਿਆਨ ਵਿੱਚ ਵਸਾ ਲੈਂਦਾ ਹੈ, ਜੋ ਇੱਕ ਨੂੰ ਆਪਣੇ ਧਿਆਨ ਦਾ ਕੇਂਦਰ ਬਣਾ ਲੈਂਦਾ ਹੈ, ਜੋ ਇੱਕ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾ ਲੈਂਦਾ ਹੈ, ਉਹਦੇ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਨੇ। ਫਿਰ ਉਹਦੇ ਅੰਦਰ ਕੋਈ ਪਾਪ ਨਹੀਂ ਰਹਿੰਦਾ। ਜਿਹੜਾ ਇਹ ਵੇਖਦਾ ਹੈ ਕਿ ਚਾਰ ਚੁਫੇਰੇ ਇੱਕ ਪਸਰਿਆ ਹੋਇਆ ਹੈ, ਜੋ ਮਨ, ਬਚਨ, ਕਰਮ ਕਰਕੇ ਇੱਕੋ ਜਿਹਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ, ਜੋ ਸਭ ਦੇ ਨਾਲ ਇੱਕੋ ਜਿਹਾ ਸੱਚਾ ਪਿਆਰਾ ਵਿਹਾਰ ਕਰਦਾ ਹੈ, ਉਹਦੇ ਕਰੋੜਾਂ ਕਰੋੜਾਂ ਪਾਪ ਖਤਮ ਹੋ ਜਾਂਦੇ ਨੇ। ਇਹਦਾ ਮਤਲਬ ਇਸ ਦੁਨੀਆ ਦੇ ਅੰਦਰ ਪੋਸੀਬਿਲਿਟੀ ਹੈ, ਇਸ ਸਮਾਜ ਨੂੰ ਪਾਪਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ ਜੇ ਇੱਕ ਦੇ ਨਾਲ ਜੁੜਿਆ ਜਾਏ। ਨਿਰਮਲ ਪੈ ਸ਼ਰੀਰ, ਜਨ ਧੂਰੀ ਨਾਇਆ। ਨਾਇਆ ਨਹੀਂ ਪੜਨਾ, ਨਾਇਆ। ਜਨ ਧੂਰੀ ਦਾ ਮਤਲਬ ਸਚਿਆਰਾਂ ਦੀ ਜੋ ਚਰਨ ਧੂੜ ਹੈ। ਜਨ ਦਾ ਮਤਲਬ ਸਚਿਆਰ, ਹੁਕਮ ਰਜ਼ਾਈ ਚੱਲਣ ਵਾਲਾ, ਰੱਬੀ ਗੁਣਾਂ ਦਾ ਧਾਰਨੀ। ਤਾਂ ਜੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕੀਤਾ ਜਾਏ ਨਾ, ਤਾਂ ਇਹ ਸਰੀਰ ਪਵਿੱਤਰ ਹੋ ਜਾਂਦਾ ਹੈ, ਜੀਵਨ ਪਵਿੱਤਰ ਹੋ ਜਾਂਦਾ ਹੈ। ਹੁਣ ਚਰਨ ਧੂੜ ਵਿੱਚ ਇਸ਼ਨਾਨ ਕਰਨ ਦਾ ਮਤਲਬ ਕੀ ਹੈ? ਇਹ ਨਹੀਂ ਵੀ ਆਪਣੇ ਉੱਤੇ ਬੰਦਾ ਉਹ ਧੂੜ ਪਾ ਲਵੇ ਤੇ ਸਰੀਰ ਪਵਿੱਤਰ ਹੋ ਜਾਏਗਾ। ਗੱਲ ਇਹਦੇ ਪਿੱਛੇ ਜੋ ਭਾਵਨਾ ਹੈ ਉਹਨੂੰ ਸਮਝਣ ਦੀ ਲੋੜ ਹੈ। ਚਰਨ ਧੂੜ ਵਿੱਚ ਨਹਾਉਣ ਦਾ ਮਤਲਬ ਉਹਨਾਂ ਰਾਹਾਂ ਤੇ ਤੁਰਨਾ ਜਿਨ੍ਹਾਂ ਰਾਹਾਂ ਤੇ ਰੱਬ ਦੇ ਪਿਆਰੇ ਤੁਰਦੇ ਨੇ। ਉਹ ਸੋਚ ਨੂੰ ਅਪਣਾਣਾ ਜਿਹੜੀ ਸੋਚ ਰੱਬ ਦੇ ਪਿਆਰਿਆਂ ਨੇ ਅਪਣਾਈ ਹੈ। ਉਹਨਾਂ ਗੁਣਾਂ ਦੇ ਨਾਲ ਆਪਣੀ ਸੋਚ ਨੂੰ ਪਵਿੱਤਰ ਕਰਨਾ, ਮੈਂਟੈਲਿਟੀ ਨੂੰ ਪਵਿੱਤਰ ਕਰਨਾ। ਰੱਬੀ ਪਿਆਰਿਆਂ ਦੀ ਸੰਗਤ ਕੀਤਿਆਂ ਸਾਡੀ ਸੋਚ ਪਵਿੱਤਰ ਹੋ ਜਾਂਦੀ ਹੈ, ਤੇ ਜਦੋਂ ਅਸੀਂ ਉਹ ਸੋਚ ਦੇ ਧਾਰਨੀ ਹੁੰਦੇ ਆ, ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ। ਸਰੀਰ ਪਵਿੱਤਰ ਹੋਣ ਦਾ ਮਤਲਬ ਹੈ ਕਿ ਸਰੀਰ ਦੇ ਕੰਮ ਪਵਿੱਤਰ ਹੋ ਜਾਂਦੇ ਨੇ। ਗਿਆਨ ਇੰਦਰੀਆਂ ਦੇ ਜਿਹੜੇ ਕਰਮ ਨੇ ਉਹ ਨਿਰਮਲ ਹੋ ਜਾਂਦੇ ਨੇ। ਅੱਖਾਂ ਸਾਡੀਆਂ ਪਵਿੱਤਰ ਹੋ ਜਾਂਦੀਆਂ ਨੇ, ਫਿਰ ਪਰਤਰੇ ਪਰਤਨ ਰੂਪ ਨੂੰ ਕਾਮੁਕ ਲਲਚਾਈਆਂ ਨਜ਼ਰਾਂ ਨਾਲ ਨਹੀਂ ਤੱਕਦੀਆਂ। ਕੰਨ ਪਵਿੱਤਰ ਹੋ ਜਾਂਦੇ ਨੇ, ਫਿਰ ਬੰਦਾ ਨਿੰਦਾ, ਚੁਗਲੀ, ਝੂਠ ਨਹੀਂ ਸੁਣਦਾ, ਕੇਵਲ ਸੱਚ ਸੁਣਦਾ ਹੈ। ਰੱਬੀ ਪਿਆਰਿਆਂ ਦੀ ਸੰਗਤ ਕੀਤਿਆਂ ਜ਼ਬਾਨ ਪਵਿੱਤਰ ਹੋ ਜਾਂਦੀ ਹੈ। ਮੀਨਸ ਕਿ ਜ਼ਬਾਨ ਦੇ ਨਾਲ ਬੰਦਾ ਝੂਠ, ਫਰੇਬ, ਈਰਖਾ, ਦਵੇਸ਼ ਵਾਲੇ ਬੋਲ ਨਹੀਂ ਬੋਲਦਾ। ਹੱਥ ਪਵਿੱਤਰ ਹੋ ਜਾਂਦੇ ਨੇ, ਮਤਲਬ ਇਹਨਾਂ ਹੱਥਾਂ ਦੇ ਨਾਲ ਫਿਰ ਬੰਦਾ 2 ਨੰਬਰ ਦੇ ਧੰਦੇ ਨਹੀਂ ਕਰਦਾ, ਕੋਈ ਨਸ਼ਿਆਂ ਦੀ ਵਰਤੋਂ ਨਹੀਂ ਕਰਦਾ, ਬੇਗਾਨੇ ਹੱਕ ਨਹੀਂ ਖਾਂਦਾ। ਪੈਰ ਪਵਿੱਤਰ ਹੋ ਜਾਂਦੇ ਨੇ, ਮੀਨਸ ਕਿ ਇਹਨਾਂ ਪੈਰਾਂ ਦੇ ਨਾਲ ਗਲਤ ਰਾਹਾਂ ਤੇ ਨਹੀਂ ਜਾਂਦਾ। ਮਨ ਪਵਿੱਤਰ ਹੋ ਜਾਂਦਾ ਹੈ, ਮੀਨਸ ਕਿ ਅੰਦਰ ਪੋਜ਼ਿਟਿਵਿਟੀ ਆ ਜਾਂਦੀ ਹੈ। ਇਸੇ ਨੂੰ ਕਹਿੰਦੇ ਨੇ ਸਰੀਰ ਦਾ ਪਵਿੱਤਰ ਹੋਣਾ। ਜੀਵਨ ਪਵਿੱਤਰ ਹੋ ਜਾਂਦਾ ਹੈ, ਕਰਮ ਪਵਿੱਤਰ ਹੋ ਜਾਂਦੇ ਨੇ, ਬਿਹੇਵੀਅਰ ਚੰਗਾ ਹੋ ਜਾਂਦਾ ਹੈ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਜਾਂਦੀ। ਮਨ ਤਨ ਭੈ ਸੰਤੋਖ, ਪੂਰਨ ਪ੍ਰਭ ਪਾਇਆ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪੂਰਨ ਪ੍ਰਭੂ ਮਿਲ ਪੈਂਦਾ ਹੈ, ਤਾਂ ਮਨ ਔਰ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਸੰਤੋਖ ਦਾ ਮਤਲਬ ਖੁਸ਼ੀ। ਮਨ ਔਰ ਤਨ ਦੋਹਾਂ ਨੂੰ ਸੰਤੋਖ ਮਿਲ ਜਾਂਦਾ ਹੈ, ਰੱਜ ਜਾਂਦਾ ਹੈ।
ਔਰ ਇੱਥੇ ਕਈ ਲੋਕ ਕਹਿੰਦੇ ਨੇ ਕਿ ਸੰਤੋਖ, ਜੇ ਧਾਰਨੀ ਬੰਦਾ ਸੰਤੋਖ ਦਾ ਹੋ ਜਾਏ ਤੇ ਵਿਕਾਸ ਨਹੀਂ ਹੋਏਗਾ। ਐਸਾ ਨਹੀਂ ਹੈ, ਵਿਕਾਸ ਸਗੋਂ ਜ਼ਿਆਦਾ ਹੋਏਗਾ। ਸੰਤੋਖ ਦਾ ਮਤਲਬ ਇਹ ਨਹੀਂ ਹੈ ਕਿ ਸੰਤੋਖ ਕਰਕੇ ਬਹਿ ਜਾਣਾ ਤੇ ਕੰਮ ਹੀ ਨਾ ਕਰਨਾ। ਇਹ ਨਹੀਂ ਹੈ ਸੰਤੋਖ ਦਾ ਮਤਲਬ। ਸੰਤੋਖ ਦਾ ਮਤਲਬ ਹੈ ਸੱਚੀ ਕਿਰਤ ਕਰਨੀ, ਔਰ ਸੱਚੀ ਕਿਰਤ ਕੀਤਿਆਂ ਜੋ ਪ੍ਰਾਪਤ ਹੁੰਦਾ ਹੈ ਉਹਦੇ ਵਿੱਚ ਖੁਸ਼ ਹੋਣਾ, ਉਹਦੇ ਚੋਂ ਖੁਸ਼ੀ ਹਾਸਲ ਕਰਨੀ। ਆਮ ਬੰਦੇ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੈ। 2 ਨੰਬਰ ਦੇ ਧੰਦੇ ਕਰਕੇ ਜ਼ਿੰਦਗੀ ਵਿੱਚ ਕਦੇ ਖੁਸ਼ੀ ਨਹੀਂ ਹੁੰਦੀ, ਡਰ ਪੈਦਾ ਹੁੰਦਾ ਹੈ। ਔਰ ਜਿਹੜੀ ਖੁਸ਼ੀ ਦੂਜਿਆਂ ਨੂੰ ਦੇਖ ਦਿੱਤੀ ਹੋਵੇ ਉਹਨੂੰ ਅਸੀਂ ਖੁਸ਼ੀ ਵੀ ਨਹੀਂ ਨਾ ਕਹਿ ਸਕਦੇ। ਜਿਹੜਾ ਸੰਤੋਖੀ ਮਨੁੱਖ ਹੈ ਉਹ ਸੱਚੀ ਕਿਰਤ ਕਰੇਗਾ, ਉਹਦੀ ਖੁਸ਼ੀ ਕਿਸੇ ਦੇ ਹੰਝੂਆਂ ਕੀਰਨਿਆਂ ਦੇ ਉੱਤੇ ਆਧਾਰਿਤ ਨਹੀਂ ਹੋਏਗੀ। ਔਰ ਜਿਹੜਾ ਸੰਤੋਖੀ ਬੰਦਾ ਹੈ ਉਹ ਸੱਚੀ ਕਿਰਤ ਕਰਕੇ ਜੋ ਸੱਚੀ ਕਿਰਤ ਨਾਲ ਮਿਲੇਗਾ ਉਹਦੇ ਵਿੱਚ ਖੁਸ਼ ਹੋਵੇਗਾ ਔਰ ਅੱਗੇ ਉਹ ਵਿਕਾਸ ਕਰੇਗਾ। ਜਿਹੜਾ ਸੰਤੋਖੀ ਬੰਦਾ ਹੈ ਉਹੀ ਵੰਡ ਕੇ ਛਕ ਸਕਦਾ ਹੈ। ਜਿਹਦੀ ਆਪਣੀ ਤ੍ਰਿਸ਼ਨਾ ਨਹੀਂ ਬੁੱਝੀ ਉਹ ਦੂਜਿਆਂ ਨੂੰ ਵੰਡ ਕੇ ਕਿਵੇਂ ਛਕੇਗਾ। ਜਦੋਂ ਸੰਤੋਖ ਬੰਦੇ ਵਿੱਚ ਆ ਜਾਂਦਾ ਨਾ ਉਦੋਂ ਉਹ ਸਹੀ ਕਰਮ ਕਰਦਾ ਹੈ। ਅਸੀਂ ਦੇਖਦੇ ਹਾਂ ਤ੍ਰਿਸ਼ਨਾਲੂ ਲੋਕ ਹੁਣ ਕਿੱਡੇ ਕਿੱਡੇ ਵੱਡੇ ਕਪਲੇ ਹੋਏ ਨਾ, ਹਜ਼ਾਰਾਂ ਕਰੋੜ ਰੁਪਏ ਲੈ ਕੇ ਕਿਵੇਂ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਆਪਣੇ ਹੀ ਲੋਕ। ਜੇ ਉਹਨਾਂ ਦੇ ਅੰਦਰ ਸੰਤੋਖ ਹੁੰਦਾ ਤੇ ਐਸਾ ਨਹੀਂ ਸੀ ਨਾ ਕਰਨਾ। ਜਿਹਦੇ ਅੰਦਰ ਸੰਤੋਖ ਹੋਏਗਾ ਰਿਸ਼ਵਤ ਨਹੀਂ ਲਏਗਾ, ਉਹ ਆਪਣੀ ਤਨਖਾਹ ਦੇ ਅੰਦਰ ਗੁਜ਼ਾਰਾ ਕਰੇਗਾ। ਜਿਹਦੇ ਅੰਦਰ ਸੰਤੋਖ ਹੋਏਗਾ ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ। ਇਸ ਲਈ ਜਿਸ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਉਹਦਾ ਮਨ ਔਰ ਤਨ ਕਰਕੇ ਉਹ ਸੰਤੋਖੀ ਹੋ ਜਾਂਦਾ ਹੈ। ਉਹਦੇ ਮਨ ਔਰ ਤਨ ਕਰਕੇ ਖੁਸ਼ੀ ਉਹਨੂੰ ਮਿਲਦੀ ਹੈ। ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ। ਸਬਾਇਆ ਦਾ ਮਤਲਬ ਸਾਰੀ, ਕੁਟੰਬ ਦਾ ਮਤਲਬ ਪਰਿਵਾਰ। ਅਜਿਹੇ ਮਨੁੱਖਾਂ ਦੀ ਸੰਗਤ ਕਰਕੇ ਪਰਿਵਾਰ, ਲੋਕ ਤੇ ਸਾਰੀਆਂ ਕੁੱਲਾਂ ਤਰ ਜਾਂਦੀਆਂ ਨੇ। ਯਾਨੀ ਉਹ ਸਾਰੀਆਂ ਕੁੱਲਾਂ, ਉਹ ਸਾਰੇ ਲੋਕ, ਉਹ ਸਾਰੇ ਪਰਿਵਾਰ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ, ਜੋ ਉਹਨਾਂ ਦੇ ਰਾਹਾਂ ਤੇ ਚੱਲਦੇ ਨੇ, ਉਹ ਤਰਨਗੇ। ਇਹ ਨਹੀਂ ਕਿ ਜੇ ਇੱਕ ਚੱਲਿਆ ਤੇ ਬਾਕੀ ਉਹਦੀਆਂ ਕੁੱਲਾਂ ਪਾਪ ਕਰਦੀਆਂ ਤਰ ਜਾਣ। ਉਹ ਤਰੇਗਾ ਜੋ ਸੱਚ ਦੇ ਨਾਲ ਜੁੜੇਗਾ। ਉਹ ਕੁੱਲਾਂ ਦੀਆਂ ਕੁੱਲਾਂ ਤਰ ਸਕਦੀਆਂ ਨੇ, ਹਜ਼ਾਰਾਂ ਲੋਕ ਤਰ ਸਕਦੇ। ਜਿਹੜੇ ਵੀ ਲੋਕ ਸੱਚ ਦੇ ਨਾਲ ਜੁੜਨਗੇ ਉਹ ਸਾਰੇ ਲੋਕ, ਉਹ ਸਾਰੀਆਂ ਕੁੱਲਾਂ, ਉਹ ਸਾਰੇ ਪਰਿਵਾਰ, ਉਹ ਸਾਰੇ ਕੁਟੰਬ ਤਰ ਗਏ ਜੋ ਸਚਿਆਰਾਂ ਦੀ ਸੰਗਤ ਕਰਦੇ ਨੇ, ਜੋ ਸਚਿਆਰਤਾ ਦੇ ਰਾਹਾਂ ਦੇ ਉੱਤੇ ਤੁਰਦੇ ਨੇ। ਉਹ ਕੁੱਲਾਂ ਦੀਆਂ ਕੁੱਲਾਂ, ਪਰਿਵਾਰਾਂ ਦੇ ਪਰਿਵਾਰ ਤਰ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ